ਆਪ ਸਭ ਦਾ ਸਵਾਗਤ ਹੈ ਜੀ ਜੈਮ ਸਟੱਡੀ ਚੈਨਲ 'ਤੇ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਮੌਰੀਆ ਸਾਮਰਾਜ ਦੇ ਬਾਰੇ, ਜਿਸ ਦੇ ਵਿੱਚ ਅੱਜ ਚੰਦਰਗੁਪਤ ਮੌਰੀਆ ਦੇ ਜੀਵਨ, ਉਹਦੀਆਂ ਜਿੱਤਾਂ ਅਤੇ ਉਹਦੇ ਸ਼ਾਸਨ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ। ਅੱਜ ਦਾ ਜੋ ਲੈਕਚਰ ਹੈਗਾ ਲੈਕਚਰ ਨੰਬਰ 5। ਇਸ ਤੋਂ ਪਹਿਲਾਂ 4 ਜਿਹੜੇ ਲੈਕਚਰ ਆ ਹਿਸਟਰੀ ਦੇ ਬਣ ਚੁੱਕੇ ਆ, ਜੋ ਕਿ ਸਿੰਧੂ ਘਾਟੀ, ਵੈਦਿਕ ਸੱਭਿਅਤਾ, ਬੁੱਧ ਧਰਮ ਅਤੇ ਜੈਨ ਧਰਮ ਬਾਰੇ ਹਨ। ਹੁਣ ਇਸ ਮੌਰੀਆ ਸਾਮਰਾਜ ਦੇ 3-4 ਜਿਹੜੇ ਲੈਕਚਰ ਬਣ ਜਾਣਗੇ, ਕਿਉਂਕਿ ਜਿਹੜਾ ਇਸ ਦਾ ਹਰ ਇੱਕ ਸ਼ਾਸਕ ਸੀ ਉਹ ਆਪਣੀ ਆਪ ਵਿੱਚ ਇੱਕ ਵਿਲੱਖਣ ਸ਼ਖਸੀਅਤ ਰੱਖਦਾ ਸੀ। ਚੰਦਰਗੁਪਤ ਮੌਰੀਆ, ਜਿਸ ਨੇ ਮੌਰੀਆ ਸਾਮਰਾਜ ਦੀ ਨੀਂਹ ਰੱਖੀ, ਇਹ ਇੱਕ ਬਹੁਤ ਹੀ ਮਹਾਨ ਸ਼ਾਸਕ ਹੋਇਆ, ਜਿਸ ਨੇ ਆਪਣਾ ਜਿਹੜਾ ਸਾਮਰਾਜ ਸੀ ਉਸ ਦਾ ਬਹੁਤ ਜ਼ਿਆਦਾ ਵਿਸਥਾਰ ਕੀਤਾ। ਲਗਭਗ ਉੱਤਰ ਪੱਛਮੀ ਪੂਰਬੀ ਭਾਰਤ ਉੱਪਰ ਇਸ ਦਾ ਰਾਜ ਸੀ। ਦੱਖਣ ਦੇ ਕਈ ਰਾਜਾਂ ਉੱਪਰ ਵੀ ਇਸ ਦਾ ਅਧਿਕਾਰ ਆ ਜਿਹੜਾ ਉਹ ਮੰਨਿਆ ਜਾਂਦਾ। ਸੋ ਅੱਜ ਦੀ ਕਲਾਸ ਆਪਾਂ ਸਟਾਰਟ ਕਰਦੇ ਹਾਂ ਚੰਦਰਗੁਪਤ ਮੌਰੀਆ ਦੇ ਬਾਰੇ, ਜਿਸ ਦੇ ਵਿੱਚ ਉਹਨਾਂ ਦੇ ਜੀਵਨ, ਉਹਨਾਂ ਦੇ ਕੰਮਾਂ ਦੇ ਬਾਰੇ ਅਤੇ ਉਹਨਾਂ ਨੇ ਕਿਹੜੀਆਂ ਜਿੱਤਾਂ ਪ੍ਰਾਪਤ ਕਰੀਆਂ ਉਹਨਾਂ ਦਾ ਵਰਣਨ ਦਿੱਤਾ ਜਾਵੇਗਾ। ਉਸ ਤੋਂ ਪਹਿਲਾਂ ਆਪਾਂ ਮੌਰੀਆ ਸਾਮਰਾਜ ਦਾ ਉਦੈ ਕਿਵੇਂ ਹੋਇਆ ਉਸ ਦੇ ਬਾਰੇ ਥੋੜ੍ਹਾ ਜਿਹਾ ਪੜ੍ਹਾਂਗੇ। ਜਿਨ੍ਹਾਂ ਨੇ ਪਹਿਲਾਂ ਵਾਲੇ ਲੈਕਚਰ ਨਹੀਂ ਦੇਖੇ ਉਹ ਡਿਸਕ੍ਰਿਪਸ਼ਨ ਬਾਕਸ ਵਿੱਚ ਜਾ ਕੇ ਚੈੱਕ ਕਰ ਸਕਦੇ ਹਨ, ਅਤੇ ਮੌਕ ਟੈਸਟ ਵੀ ਹੈ ਜਿਹੜੇ ਸਿੰਧੂ ਘਾਟੀ ਸੱਭਿਅਤਾ ਦੇ ਉਹ ਲਏ ਜਾ ਚੁੱਕੇ ਆ, ਤਾਂ ਉੱਥੋਂ ਜਾ ਕੇ ਵੀਡੀਓ ਦੇਖ ਸਕਦੇ ਆ। ਹਾਂਜੀ, ਮੌਰੀਆ ਸਾਮਰਾਜ ਪੁਰਾਤਨ ਭਾਰਤ ਦਾ, ਜੋ ਕਿ ਆਪਾਂ ਕਹਿ ਲਈਏ ਪੁਰਾਤਨ ਭਾਰਤੀ ਇਤਿਹਾਸ ਦਾ ਸਭ ਤੋਂ ਵੱਡਾ ਸਾਮਰਾਜ ਸੀ। ਇਸ 'ਤੇ ਜਿਹੜੀ ਜਾਣਕਾਰੀ ਆ ਉਹ ਵੱਖ-ਵੱਖ ਸੋਰਸਿਸ ਤੋਂ ਮਿਲਦੀ ਹੈ। ਸਭ ਤੋਂ ਪਹਿਲਾ ਸੋਰਸ ਮਿਲਿਆ ਜੀ ਮੁਦਰਾ ਰਾਕਸਸ, ਜੋ ਕਿ ਇੱਕ ਨਾਟਕ ਹੈ, ਵਿਸਾਖਾ ਦੱਤ ਨੇ ਲਿਖਿਆ, ਜਿਸ ਦੇ ਵਿੱਚ ਮੌਰੀਆ ਜਿਹੜੇ ਉਹਨਾਂ ਨੂੰ ਕੁਲਹਿਣਾ ਕਿਹਾ ਗਿਆ, ਅਤੇ ਜਿਹਦਾ ਮਤਲਬ ਸੀ ਛੋਟੀ ਜਾਤੀ ਨਾਲ ਸੰਬੰਧਿਤ ਜਾਂ ਛੋਟੇ ਰਾਜ। ਇਸ ਤੋਂ ਬਿਨਾਂ ਜਿਹੜੇ ਬੋਧੀ ਸਾਹਿਤ ਆ, ਜਿਹਦੇ ਵਿੱਚ ਜਿਵੇਂ ਕਿ ਆਪਾਂ ਕਹਿ ਲਈਏ ਉਹਨਾਂ ਦੇ ਜਿਹੜੇ ਗ੍ਰੰਥ ਸੀ ਮਹਾਵੰਸ਼, ਦੀਪਵੰਸ਼ ਅਤੇ ਮਹਾਬੋਧੀ ਵੰਸ਼, ਉਹਨਾਂ ਦੇ ਵਿੱਚ ਇਹਨਾਂ ਨੂੰ ਕਸ਼ੱਤਰੀਆਂ ਕਿਹਾ ਗਿਆ ਹੈ। ਉਹਨਾਂ ਦੇ ਰਾਜ ਦੇ ਵਿੱਚ ਮੋਰ ਪਾਏ ਜਾਂਦੇ ਸੀ। ਕਈ ਵਿਦਵਾਨ ਮੰਨਦੇ ਆ ਤਾਂ ਵੀ ਇਹਨਾਂ ਨੂੰ ਜਿਹੜੇ ਮੌਰੀਆ ਕਹਿੰਦੇ ਆ। ਜੇਕਰ ਆਪਾਂ ਗੱਲ ਕਰੀਏ ਪੁਰਾਣਾਂ ਦੀ, ਤਾਂ ਪੁਰਾਣਾਂ ਵਿੱਚ ਇਹਨਾਂ ਨੂੰ ਛੋਟੀ ਜਾਤੀ ਦੇ ਨਾਲ ਸੰਬੰਧਿਤ ਮੰਨਿਆ ਜਾਂਦਾ ਸੀ, ਵੀ ਜਿਹੜੇ ਮੌਰੀਆ ਸਾਮਰਾਜ ਵਾਲੇ ਸੀ ਉਹ ਇੱਕ ਛੋਟੀ ਜਾਤੀ ਨਾਲ ਸੰਬੰਧਿਤ ਸੀ। ਜੈਨੀ ਕਲਪਸੂਤਰ, ਜਿਵੇਂ ਜਿਹੜਾ ਜੈਨੀਆਂ ਦਾ ਗ੍ਰੰਥ ਹੈ ਕਲਪਸੂਤਰ, ਉਹਦੇ ਵਿੱਚ ਵੀ ਇਹਦੇ ਬਾਰੇ ਜਾਣਕਾਰੀ ਮਿਲਦੀ ਆ। ਇਸ ਤੋਂ ਬਿਨਾਂ ਜੂਨਾਗੜ੍ਹ ਪੱਥਰ ਸਿਲਾਲੇਖ ਆ ਜਿਹੜਾ ਉਹ ਸੰਸਕ੍ਰਿਤ ਦੇ ਵਿੱਚ ਉਕਰਿਆ ਗਿਆ, ਜੋ ਕਿ ਕਾਠੀਆਵਾੜ ਗੁਜਰਾਤ ਦੇ ਵਿੱਚ ਆ। ਸਭ ਤੋਂ ਵੱਡਾ ਸਿਲਾਲੇਖ ਲਿਖਿਆ ਗਿਆ 150 ਈੜੀ ਦੇ ਵਿੱਚ ਲਿਖਿਆ ਗਿਆ ਸੀ। ਇਹ ਸ਼ਕ ਰਾਜਾ ਰੁਦਰਦਮਨ ਨੇ ਲਿਖਵਾਇਆ ਸੀ। ਇਹਦੇ ਵਿੱਚ ਵੀ ਜਿਹੜਾ ਮੌਰੀਆ ਰਾਜ ਆ ਉਹਦੇ ਬਾਰੇ ਜਾਣਕਾਰੀ ਮਿਲਦੀ ਹੈ। ਇੱਥੇ ਪ੍ਰਸ਼ਨ ਆ ਜਾਂਦਾ ਕਿ ਸਭ ਤੋਂ ਵੱਡਾ ਸਿਲਾਲੇਖ ਮੌਰੀਆ ਸਾਮਰਾਜ ਦਾ ਕਿਹੜਾ ਹੈ, ਤਾਂ ਉਹ ਜੂਨਾਗੜ੍ਹ ਸਿਲਾਲੇਖ ਹੋਏਗਾ। ਅਤੇ ਕਿੱਥੇ ਆ ਇਹ? ਕਾਠੀਆਵਾੜ ਗੁਜਰਾਤ ਵਿੱਚ। ਜਾਂ ਇਹਦੇ ਉੱਤੇ ਲੇਖ ਪੁੱਛ ਲੈਂਦੇ ਆ ਇਹਦੇ ਉੱਤੇ ਉਕਰੀ ਗਈ ਜਿਹੜੀ ਭਾਸ਼ਾ ਗਈ ਉਹ ਕਿਹੜੀ ਹੈ, ਤਾਂ ਉਹ ਸੰਸਕ੍ਰਿਤ ਆ ਜਾਵੇਗਾ। ਇਹ ਲਿਖਵਾਇਆ ਕਿਹਨੇ ਸੀਗਾ? ਸ਼ਕ ਰਾਜਾ ਰੁਦਰਦਮਨ ਨੇ ਲਿਖਵਾਇਆ ਸੀਗਾ, ਜਿਸ ਤੋਂ ਕੀ ਪਤਾ ਚੱਲਦਾ ਮੌਰੀਆ ਦੇ ਰਾਜ ਦੇ ਪੱਛਮੀ ਭਾਰਤ, ਜਿਹੜਾ ਇਹਨਾਂ ਦਾ ਜਿਹੜਾ ਪੱਛਮੀ ਭਾਰਤ ਵੱਲ ਵਿਸਥਾਰ ਹੋਇਆ ਸੀ, ਉਹਦੀ ਜਾਣਕਾਰੀ ਮਿਲਦੀ ਹੈ। ਅਤੇ ਉਹਨਾਂ ਦੇ ਰਾਜ ਪ੍ਰਬੰਧ ਦੇ ਢੰਗਾਂ ਬਾਰੇ ਜਾਣਕਾਰੀ ਮਿਲਦੀ ਹੈ। ਕਿਸ ਤੋਂ? ਜੂਨਾਗੜ੍ਹ ਸਿਲਾਲੇਖ ਤੋਂ। ਇਸ ਤੋਂ ਬਿਨਾਂ ਜਿਹੜੇ ਸਿਲਾਲੇਖ ਆ ਉਹ ਉਸ ਸਮੇਂ ਦੇ 2 ਭਾਸ਼ਾਵਾਂ ਦੇ ਵਿੱਚ ਮਿਲਦੇ ਆ, ਪ੍ਰਕਿਰਤ ਅਤੇ ਸੰਸਕ੍ਰਿਤ ਭਾਸ਼ਾ ਦੇ ਵਿੱਚ। 2 ਲਿਪੀਆਂ, ਗ੍ਰੀਕ ਅਤੇ ਅਰਮਾਈ, ਜਿਹਨੂੰ ਅਰਮਾਈ ਨੂੰ ਅਰਮਾਇਕ ਵੀ ਕਹਿ ਦਿੱਤੇ ਜਾਂਦੇ ਆ, ਇਹਨਾਂ ਦੀ ਵਰਤੋਂ ਕੀਤੀ ਗਈ ਸੀ ਜੀ। ਇਸ ਤੋਂ ਬਿਨਾਂ ਹੁਣ ਆਪਾਂ ਜੇਕਰ ਗੱਲ ਕਰੀਏ ਚੰਦਰਗੁਪਤ ਮੌਰੀਆ ਦੀ, ਮੌਰੀਆ ਵੰਸ਼ ਦਾ ਸੰਸਥਾਪਕ ਸੀ, ਜਿਸ ਨੇ ਮੌਰੀਆ ਵੰਸ਼ ਦੀ ਨੀਂਹ ਰੱਖੀ। ਇਸ 'ਤੇ ਜਿਹੜੇ ਨੀਂਹ ਰੱਖਣ ਪਿੱਛੇ ਅਤੇ ਇਹਨਾਂ ਦੇ ਬਚਪਨ ਬਾਰੇ ਸਾਨੂੰ ਬਹੁਤ ਘੱਟ ਜਾਣਕਾਰੀ ਮਿਲਦੀ ਆ। ਵੱਖ-ਵੱਖ ਵਿਦਵਾਨਾਂ ਦੇ ਵਿੱਚ ਮਤਭੇਦ ਪਾਏ ਜਾਂਦੇ ਆ ਇਹਨਾਂ ਦੇ ਮਾਤਾ ਪਿਤਾ ਦੇ ਬਾਰੇ। ਪਿਤਾ ਬਾਰੇ ਤਾਂ ਕਿਤੇ ਵੀ ਕੋਈ ਜ਼ਿਆਦਾ ਇਨਫੋਰਮੇਸ਼ਨ ਨਹੀਂ ਮਿਲਦੀ, ਮਾਤਾ ਬਾਰੇ ਫਿਰ ਵੀ ਕੁਛ ਨਾ ਕੁਛ ਲਿਖਿਆ ਹੀ ਗਿਆ ਹੈ।
ਚੰਦਰਗੁਪਤ ਮੌਰੀਆ ਇੱਕ ਬਹੁਤ ਹੀ ਮਹਾਨ ਸ਼ਾਸਕ ਸੀ ਜਿਹਨੂੰ ਵੱਖ-ਵੱਖ ਨਾਮਾਂ ਦੇ ਨਾਲ ਯੂਨਾਨੀ ਅਤੇ ਭਾਰਤੀ ਲੇਖਾਂ ਦੇ ਵਿੱਚ ਪੁਕਾਰਿਆ ਗਿਆ। ਮੌਰੀਆ ਸਾਮਰਾਜ ਸਭ ਤੋਂ ਪ੍ਰਾਚੀਨ ਭਾਰਤੀ ਰਾਸ਼ਟਰੀ ਰਾਜਵੰਸ਼, ਮਤਲਬ ਇਹਨੂੰ ਆਪਾਂ ਭਾਰਤੀ ਰਾਸ਼ਟਰੀ ਰਾਜਵੰਸ਼ ਕਿਉਂ ਕਹਿੰਦੇ ਹਾਂ, ਕਿਉਂਕਿ ਇਹ ਭਾਰਤੀ ਰਾਜੇ ਦੁਆਰਾ ਸਥਾਪਿਤ ਕਰਿਆ ਜਾਣ ਵਾਲਾ ਪਹਿਲਾ ਰਾਜਵੰਸ਼ ਸੀ ਜੋ ਕਿ ਭਾਰਤੀ ਰਾਜੇ ਨੇ ਸਥਾਪਿਤ ਕੀਤਾ ਸੀ। ਉਦੋਂ ਪਹਿਲਾਂ ਬਾਹਰੋਂ ਆ ਕੇ ਮਤਲਬ ਹਮਲਾਵਰਾਂ ਨੇ ਜਿਹੜੇ ਆਪਦੇ ਰਾਜ ਸਥਾਪਿਤ ਕੀਤੇ ਸੀ, ਪਰ ਜਿਹੜਾ ਚੰਦਰਗੁਪਤ ਮੌਰੀਆ ਸੀ ਉਹ ਪਹਿਲਾ ਭਾਰਤੀ ਰਾਜਾ ਸੀ ਜਿਸ ਨੇ ਰਾਸ਼ਟਰੀ ਰਾਜਵੰਸ਼ ਦੀ ਨੀਂਹ ਰੱਖੀ ਸੀ। ਵੱਖ-ਵੱਖ ਨਾਂ, ਇਹਨੂੰ ਵੱਖ-ਵੱਖ ਨਾਮਾਂ ਦੇ ਨਾਲ ਪੁਕਾਰਿਆ ਜਾਂਦਾ, ਜਿਵੇਂ ਸਟ੍ਰੈਬੋ ਆ, ਜਸਟਿਨ ਅਤੇ ਏਰੀਅਨ ਆ। ਇਹ ਤਿੰਨ ਜਾਣੇ ਜਿਨ੍ਹਾਂ ਨੇ ਇਹਨੂੰ ਸੈਂਡਰੋਕੋਟਸ ਜਾਂ ਸੈਂਡਰਕੋਪਟਸ ਦੇ ਨਾਂ ਨਾਲ ਪੁਕਾਰਿਆ। ਪ੍ਰਸ਼ਨ ਆ ਜਾਂਦਾ ਵੀ ਸੈਂਡਰੋਕੋਟਸ ਜਾਂ ਸੈਂਡਰਕੋਪਟਸ ਕਿਸ ਨੇ ਕਿਹਾ ਚੰਦਰਗੁਪਤ ਮੌਰੀਆ ਨੂੰ? ਤਾਂ ਆਨਸਰ ਆ ਜਾਏਗਾ ਸਟ੍ਰੈਬੋ, ਜਸਟਿਨ ਅਤੇ ਆਰੀਅਨ ਨੇ। ਵਿਲੀਅਮ ਜੌਨ ਸੀ ਜੋ ਉਹਨਾਂ ਨੇ ਇਹਨਾਂ ਨੂੰ ਐਡਵੋਕੇਟਸ ਦੇ ਨਾਂ ਨਾਲ ਪੁਕਾਰਿਆ। ਏਪੀਅਨ ਅਤੇ ਪਲੂਟਾਰਕ, ਏਪੀਅਨ ਅਤੇ ਪਲੂਟਾਰਕ ਨੇ ਇਸ ਨੂੰ ਐਂਡਰੋਕੋਟਸ ਦੇ ਨਾਂ ਨਾਲ ਜਾਣਿਆ ਜੋ ਕਿ ਗ੍ਰੀਕ ਸੀ। ਇਹ ਤੇ ਇਹਨਾਂ ਦੇ ਬਾਰੇ ਦੱਸਿਆ ਸੀ ਵੀ ਇਹਨਾਂ ਨੂੰ ਐਂਡਰੋਕੇਟਸ ਕਿਹਾ ਜਾਂ ਐਡਵੋਕੇਟਸ ਕਿਹਾ। ਵਿਲੀਅਮ ਜੇਮਸ ਨੇ ਦੱਸਿਆ ਸੀ ਵੀ ਇਹਨਾਂ ਵਿਦਵਾਨਾਂ ਨੇ ਇਹਨੂੰ ਐਡਵੋਕੇਟਸ ਕਿਹਾ ਅਤੇ ਐਂਡਰੋਕੇਟਸ ਕਿਹਾ। ਵਿਸਾਖਾ ਦੱਤ ਨੇ ਜੋ ਮੁਦਰਾ ਕਸ਼ਿਸ਼ ਲਿਖਿਆ ਸੀਗਾ ਉਹਦੇ ਵਿੱਚ ਇਹਨਾਂ ਨੂੰ ਚੰਦਰਸ਼੍ਰੀ ਅਤੇ ਵਰਸ਼ਿਪ ਕਿਹਾ ਗਿਆ, ਜਿਸ ਤੋਂ ਮਤਲਬ ਸੀ ਵਸ਼ਲ, ਕੁਲਹੀਨ ਜਾਂ ਨਿਮਨ ਕੁਲ। ਪਰ ਇੱਕ ਕਨਫਰਮ ਹੋ ਗਿਆ ਸੀ ਬਾਅਦ ਵਿੱਚ ਕੋਈ ਨਿਮਨ ਕੁਲ ਦੇ ਨਾਲ ਸੰਬੰਧ ਨਹੀਂ ਰੱਖਦੇ ਸੀ। ਜਿਹੜੇ ਇਹਨਾਂ ਦੇ ਮਾਤਾ ਸੀ ਉਹ ਬਹੁਤ ਹੀ ਉੱਚ ਘਰਾਣੇ ਦੀ ਔਰਤ ਸੀ। ਸਭ ਤੋਂ ਪਹਿਲਾਂ ਇਹਨਾਂ ਨੂੰ ਜੋ ਇਹਨਾਂ ਦਾ ਪ੍ਰੋਪਰ ਨਾਮ ਸਪਸ਼ਟ ਰੂਪ ਦੇ ਵਿੱਚ ਲਿਖਿਆ ਗਿਆ ਉਹ ਰੁਦਰਦਾਮਨ ਦੇ ਜੂਨਾਗੜ੍ਹ ਸ਼ਿਲਾਲੇਖ 'ਤੇ ਸਪਸ਼ਟ ਰੂਪ ਵਿੱਚ ਉਕਰਿਆ ਗਿਆ ਵੀ ਇਹਨਾਂ ਦਾ ਨਾਮ ਚੰਦਰਗੁਪਤ ਸੀ ਅਤੇ ਇਹਨਾਂ ਨੂੰ ਚੰਦਰਗੁਪਤ ਕਿਹਾ ਗਿਆ। ਉਹਦੇ ਵਿੱਚ ਇਹਨਾਂ ਦਾ ਜਨਮ ਹੋਇਆ 345 ਈਸਵੀ ਦੇ ਵਿੱਚ। ਇਹਨਾਂ ਦੀ ਮਾਤਾ ਦਾ ਨਾਮ ਸੀ ਮੁਰਾ। ਕਈ ਵਾਰ ਮੰਨਿਆ ਲਿਆ ਜਾਂਦਾ ਕਿ ਵੀ ਜਿਹੜੀ ਮੁਰਾ ਸੀਗੀ ਇਹ ਇਹਨਾਂ ਦੇ ਨਾਨਕੇ ਪਿੰਡ ਜਾ ਰਹੀ ਸੀ, ਜਿੱਥੇ ਕਿ ਇਹਨਾਂ ਦਾ ਭਰਾ ਸੀਗਾ ਪੁਰਸ਼ਪੁਰ ਦੇ ਵਿੱਚ ਇਹਨਾਂ ਦੇ ਨਾਨਕੇ ਸੀ। ਪਰ ਇਹਨਾਂ ਦੇ ਮਤਲਬ ਵਾਦ ਵਿਵਾਦ ਜਿਹਾ ਹੀ ਰਿਹਾ ਇਹਨਾਂ ਦੇ ਜਨਮ ਬਾਰੇ, ਇਹਨਾਂ ਦੇ ਮਾਤਾ ਪਿਤਾ ਬਾਰੇ ਬਿਲਕੁਲ ਜਾਣਕਾਰੀ ਨਹੀਂ ਮਿਲਦੀ। ਅਤੇ ਜੇ ਬੋਧੀ ਪਰੰਪਰਾ ਜਿਹੜੀ ਵੱਖ-ਵੱਖ ਧਰਮਾਂ ਨੇ ਵੀ ਇਹਦੇ 'ਤੇ ਆਪਣੇ ਵਿਚਾਰ ਦਿੱਤੇ ਆ। ਜਿਹੜੀ ਬੋਧੀ ਪਰੰਪਰਾ ਉਹਦੇ ਅਨੁਸਾਰ ਇਹ ਸ਼ਾਕਿਆ ਜਾਤੀ ਦੇ ਸੀਗੇ ਜੋ ਕਿ ਕਸ਼ੱਤਰੀ ਸੀਗੇ ਜਾਤ ਦੇ। ਜਿਹੜੇ ਇਹਨਾਂ ਦੇ ਪੂਰਵਜ ਸੀ, ਵੱਡੇ ਵਡੇਰੇ ਸੀਗੇ, ਉਹਨਾਂ ਨੇ ਮੌਰੀਆ ਨਗਰ ਦੀ ਸਥਾਪਨਾ ਕੀਤੀ ਸੀ। ਇਹ ਬੋਧੀ ਪਰੰਪਰਾ ਦੇ ਅਨੁਸਾਰ ਮੰਨਿਆ ਜਾਂਦਾ ਵੀ ਇਹ ਸ਼ਾਕਿਆ ਸੀ, ਕਸ਼ੱਤਰੀ ਜਾਤ ਸੀ ਇਹਨਾਂ ਦੀ, ਅਤੇ ਇਹਨਾਂ ਦੇ ਜਿਹੜੇ ਪੂਰਵਜ ਸੀ ਉਹਨਾਂ ਨੇ ਮੌਰੀਆ ਨਗਰ ਦੀ ਸਥਾਪਨਾ ਕੀਤੀ ਸੀ। ਜਿਹੜੇ ਜੈਨੀ ਪਰੰਪਰਾ ਵਾਲੇ ਆ ਉਹ ਮੰਨਦੇ ਆ, ਜੈਨ ਧਰਮ ਵਾਲੇ, ਇਹ ਇੱਕ ਪਿੰਡ ਵਿੱਚ ਰਹਿੰਦੇ ਸੀ ਅਤੇ ਜਿਹੜੀ ਇਹਨਾਂ ਦੀ ਮਾਤਾ ਸੀਗੀ ਮੋਰਾ ਉਹ ਇੱਕ ਮੋਰ ਪਾਲਣ ਵਾਲੇ ਦੀ ਪੁੱਤਰੀ ਸੀ, ਤਾਂ ਕਰਕੇ ਇਹਨਾਂ ਨੇ ਆਪਣੇ ਸਾਮਰਾਜ ਦਾ ਨਾਮ ਮੌਰੀਆ ਰੱਖਿਆ। ਡਾਕਟਰ ਬੁੱਧ ਪ੍ਰਕਾਸ਼ ਅਨੁਸਾਰ ਪਟਨਾ ਜ਼ਿਲ੍ਹੇ ਦੇ ਮੋਰ ਨਾਮੀ ਸਥਾਨ ਨਾਲ ਸੰਬੰਧਿਤ ਸੀ। ਜਿਹੜੇ ਬੁੱਧ ਪ੍ਰਕਾਸ਼ ਉਹ ਕਹਿੰਦੇ ਵੀ ਇਹ ਮੋਰ ਨਾਮੀ ਸਥਾਨ ਸੀਗਾ ਜਿਹੜਾ ਪਟਨਾ ਜ਼ਿਲ੍ਹੇ ਦੇ ਵਿੱਚ ਆ, ਉੱਥੋਂ ਦੇ ਰਹਿਣ ਵਾਲੇ ਸੀ, ਅਤੇ ਜੋ ਕਿ ਕਲਕੱਤਾ ਤੋਂ 28 ਕਿਲੋਮੀਟਰ ਦੀ ਦੂਰੀ 'ਤੇ ਆ। ਕਸ਼ੱਤਰੀ ਵੰਸ਼ ਦਾ ਨਾਮ ਮੋਰ ਤੋਂ ਹੀ ਮੌਰੀਆ ਪਿਆ, ਪਰ ਸਾਰਾ ਕੁਝ ਆਪਾਂ ਮਤਲਬ ਇਹਨਾਂ ਨੇ ਜਿਹੜਾ ਨਿਚੋੜ ਕੱਢਿਆ, ਜਿਹੜਾ ਪ੍ਰਮਾਣਿਕ ਮੰਨਿਆ ਜਾਂਦਾ ਉਹ ਮੰਨ ਲੈਂਦੇ ਵੀ ਇਹਨਾਂ ਨੇ ਕਸ਼ੱਤਰੀ ਜਿਹੜੀ ਵੰਸ਼ ਆ ਉਹਨਾਂ ਦਾ ਨਾਮ ਮੋਰ ਤੋਂ ਹੀ ਮੌਰੀਆ ਪਿਆ ਸੀਗਾ। ਮਤਲਬ ਮੋਰਾਂ ਦੇ ਇਲਾਕੇ ਵਿੱਚ ਰਹਿੰਦੇ ਸੀ ਆਸੇ ਪਾਸੇ ਬਹੁਤ ਜ਼ਿਆਦਾ, ਜਿੱਥੇ ਇਹਨਾਂ ਦੇ ਪਿਤਾ ਜੀ ਰਹਿੰਦੇ ਸੀ ਕਹਿੰਦੇ ਉੱਥੇ ਬਹੁਤ ਜ਼ਿਆਦਾ ਮੋਰ ਪਾਏ ਜਾਂਦੇ ਸੀ, ਇਸ ਕਰਕੇ ਵੰਸ਼ ਦਾ ਨਾਮ ਮੌਰੀਆ ਪੈ ਗਿਆ। ਮੋਸਟ ਆਫ ਦਾ ਕੇਸਿਸ ਜਿਹੜੇ ਵਿਦਵਾਨ ਆ ਇਹੀ ਗੱਲ ਨੂੰ ਮੰਨ ਲੈਂਦੇ ਆ। ਰਾਜਗੱਦੀ 'ਤੇ ਬੈਠੇ ਜੀ ਇਹ 322 ਈਸਵੀ ਦੇ ਵਿੱਚ। ਨੰਦ ਵੰਸ਼ ਦੇ ਜਿਹੜੇ ਆਖਰੀ ਰਾਜੇ ਸੀ ਧਨਾਨੰਦ ਨੂੰ ਇਹਨਾਂ ਨੇ ਹਰਾ ਕੇ ਜਿਹੜੀ ਰਾਜਗੱਦੀ ਸੀ ਉਹ ਪ੍ਰਾਪਤ ਕਰੀ ਸੀ, ਅਤੇ ਇਹਦੇ ਵਿੱਚ ਉਹਨਾਂ ਨੂੰ ਹਰਾਉਣ ਵਿੱਚ ਹੈਲਪ ਕਰੀ ਸੀ, ਮਦਦ ਕਰੀ ਸੀ ਜੀ ਕੌਟਲਿਆ ਨੇ। ਕੌਟਲਿਆ ਦੇ ਵੱਖ-ਵੱਖ ਨਾਂ ਗੇ। ਹੁਣ ਆਪਾਂ ਥੋੜ੍ਹਾ ਜਿਹਾ ਕੌਟਲਿਆ ਦੇ ਬਾਰੇ ਜਾਣਕਾਰੀ ਪ੍ਰਾਪਤ ਕਰ ਲਈਏ, ਕਿਉਂਕਿ ਇਹ ਇਹਨਾਂ ਦੇ ਪ੍ਰਧਾਨ ਮੰਤਰੀ ਸੀਗੇ ਅਤੇ ਇਹਨਾਂ ਦੇ ਗੁਰੂ ਇਹਨਾਂ ਦੇ ਮਿੱਤਰ ਸੀ ਅਤੇ ਸਲਾਹਕਾਰ ਵੀ ਰਹੇ ਸੀ, ਅਤੇ ਜਿਨ੍ਹਾਂ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ। ਅਤੇ ਇਹਨਾਂ ਦੇ ਜੀਵਨ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਯੋਗਦਾਨ ਰਿਹਾ। ਇਸ ਕਰਕੇ ਸਭ ਤੋਂ ਪਹਿਲਾਂ ਆਪਾਂ ਕੌਟਲਿਆ ਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਪ੍ਰਾਪਤ ਕਰਾਂਗੇ।
ਕਟੱਲਿਆਂ ਦੇ ਵੱਖ-ਵੱਖ ਨਾਂ ਸੀਗੇ ਤੇ ਇਹਨਾਂ ਨੂੰ ਵੱਖ-ਵੱਖ ਨਾਵਾਂ ਦੇ ਨਾਲ ਪੁਕਾਰ ਲਿਆ ਜਾਂਦਾ। ਇਹਨਾਂ ਨੇ ਚਾਣਕਿਆ, ਕੌਟਲਿਆ ਤੇ ਇਹਨਾਂ ਦਾ ਜਿਹੜਾ ਅਸਲੀ ਨਾਮ ਸੀ ਉਹ ਸੀ ਵਿਸ਼ਨੂਗੁਪਤ। ਇਹ ਇੱਕ ਬ੍ਰਾਹਮਣ ਸੀਗੇ ਤੇ ਕੰਮ ਕਰਦੇ ਸੀ ਜੀ ਅਧਿਆਪਕ ਦਾ, ਕਿਉਂਕਿ ਇਹਨਾਂ ਨੂੰ ਬਹੁਤ ਜ਼ਿਆਦਾ ਭਾਸ਼ਾਵਾਂ ਦਾ ਗਿਆਨ ਸੀ, ਵਿਦਵਾਨ ਸੀ ਇਹ ਉੱਚ ਕੋਟੀ ਦੇ। ਤੇ ਇਹਨਾਂ ਨੇ ਜਿਹੜੀ ਸਿੱਖਿਆ ਲਈ ਸੀਗੀ ਉਹ ਤਕਸ਼ਲਾ ਤੋਂ ਲਈ ਸੀ, ਜੋ ਕਿ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਆ। ਇਹਨਾਂ ਨੂੰ ਚੰਦਰਗੁਪਤ ਮੌਰੀਆ ਦੇ ਗੁਰੂ, ਮਿੱਤਰ, ਸਲਾਹਕਾਰ ਤੇ ਪ੍ਰਧਾਨ ਮੰਤਰੀ ਹੋਣ ਦਾ ਮਾਣ ਪ੍ਰਾਪਤ ਹੈ। ਪੁਸਤਕ ਇਹਨਾਂ ਨੇ ਲਿਖੀ ਸੀ ਅਰਥ ਸ਼ਾਸਤਰ, ਕਿਉਂਕਿ ਇੱਕ ਬਹੁਤ ਉੱਚ ਕੋਟੀ ਦੇ ਵਿਦਵਾਨ ਸੀ ਤੇ ਉੱਚ ਕੁਲ ਦੇ ਬ੍ਰਾਹਮਣ ਸੀ। ਵਿਸ਼ਾ ਜਿਹੜਾ ਇਹਨਾਂ ਦੀ ਪੁਸਤਕ ਆ ਜਿਹੜੀ ਬਹੁਤ ਜ਼ਿਆਦਾ ਪ੍ਰਸਿੱਧ ਆ ਅਰਥ ਸ਼ਾਸਤਰ, ਉਹਦਾ ਵਿਸ਼ਾ ਹੈ ਜੀ ਰਾਜਨੀਤੀ। ਹੈ ਇਹਦਾ ਨਾਮ ਅਰਥ ਸ਼ਾਸਤਰ ਆ, ਪਰ ਹੈਗੀ ਰਾਜਨੀਤੀ ਨਾਲ ਸੰਬੰਧਿਤ ਆ, ਕਿਉਂਕਿ ਆਪਾਂ ਨੂੰ ਕਈ ਵਾਰ ਭੁਲੇਖਾ ਲੱਗ ਜਾਂਦਾ ਵੀ ਅਰਥ ਸ਼ਾਸਤਰ ਆ ਤਾਂ ਉਹਨਾਂ ਦੇ ਵਪਾਰ ਵਗੈਰਾ ਨਾਲ, ਵਿੱਤੀ ਮਾਮਲਿਆਂ ਨਾਲ ਸੰਬੰਧਿਤ ਹੋਊ, ਪਰ ਨਹੀਂ, ਇਹ ਪੁਸਤਕ ਆ ਜਿਹੜੀ ਇਹਨਾਂ ਦੇ ਰਾਜਨੀਤਿਕ ਮਾਮਲਿਆਂ ਨਾਲ ਸੰਬੰਧਿਤ ਆ। ਇਸ ਦੇ ਵਿੱਚ ਮੌਰੀਆ ਰਾਜ ਦੀ ਵਿਵਸਥਾ, ਉਹਨਾਂ ਦੀ ਖੇਤੀ ਕਿਵੇਂ ਸੀ, ਉਹਨਾਂ ਦਾ ਨਿਆਂ ਪ੍ਰਬੰਧ ਤੇ ਰਾਜਨੀਤੀ ਦੇ ਭਿੰਨ ਪਹਿਲੂ ਆ ਜਿਹੜੇ ਉਹਨਾਂ ਦੇ ਬਾਰੇ ਗੱਲ ਕਰੀ ਗਈ ਆ। ਜਿਹੜਾ ਚਾਣਕਿਆ ਸੀ, ਕੌਟਲਿਆ, ਉਹਨਾਂ ਦਾ ਵਿਆਹ ਹੋਇਆ ਸੀ ਯਸ਼ੋਮਤੀ ਨਾਂ ਦੀ ਇਸਤਰੀ ਦੇ ਨਾਲ। ਪਾਟਲੀਪੁੱਤਰ ਦੇ ਨੰਦ ਰਾਜੇ ਨਾਲ ਇਹਨਾਂ ਦਾ ਵੈਰ ਸੀ, ਜਿਸ ਕਰਕੇ ਜਿਹੜਾ ਦੋਨਾਂ ਨੇ ਇਹਨਾਂ ਨੇ ਚੂਜ਼ ਕੀਤਾ ਸੀ ਵੀ ਮੈਂ ਨੰਦ ਰਾਜੇ ਨੂੰ ਹਰਾ ਕੇ ਉੱਥੇ ਆਪਦੇ ਰਾਜ ਦੀ ਜਿਹੜੀ ਸਥਾਪਨਾ ਕਰਨੀ ਆ। ਤਾਂ ਕਰਕੇ ਇਹਨਾਂ ਨੇ ਚੰਦਰਗੁਪਤ ਮੌਰੀਆ ਨੂੰ ਬਾਅਦ ਵਿੱਚ ਟ੍ਰੇਨਿੰਗ ਵੀ ਦਿੱਤੀ ਸੀ ਤੇ ਉਹਨਾਂ ਨੂੰ ਸਿੱਖਿਆ ਵੀ ਦਿੱਤੀ ਸੀਗੀ। ਪਾਟਲੀਪੁੱਤਰ ਦਾ ਜਿਹੜਾ ਨੰਦ ਰਾਜਾ ਸੀ ਉਹਦੇ ਨਾਲ ਵੈਰ ਕਿਉਂ ਪੈ ਗਿਆ ਸੀ? ਕਿਉਂਕਿ ਇਹ ਇੱਕ ਉੱਚ ਕੋਟੀ ਦਾ ਬ੍ਰਾਹਮਣ ਸੀਗਾ। ਇਹ ਦਾਨਸ਼ਾਲਾ 'ਚ ਜਾ ਕੇ ਵੀ ਮੈਂ ਦਾਨ ਲੈਣ ਗਏ ਸੀ ਇਹ, ਤਾਂ ਉੱਥੇ ਜਾ ਕੇ ਇਹ ਅਗਰਸੈਨ ਆਸਣ 'ਤੇ ਬੈਠ ਗਏ ਤੇ ਜਿੱਥੇ ਇਹਨਾਂ ਦੀ ਕੁਰੂਪਤਾ ਦੇ ਕਾਰਨ ਜਿਹੜਾ ਧਨਾਨੰਦ ਆ ਉਹ ਬਹੁਤ ਜ਼ਿਆਦਾ ਗੁੱਸੇ ਹੋ ਜਾਂਦਾ ਤੇ ਇਹਨਾਂ ਨੂੰ ਉੱਥੋਂ ਕੱਢ ਦਿੰਦਾ। ਤਾਂ ਜਿਹੜੇ ਚਾਣਕਿਆ ਸੀ ਤਾਂ ਇਹਨਾਂ ਨੇ ਉਦੋਂ ਪ੍ਰਣ ਕਰ ਲਿਆ ਵੀ ਮੈਂ ਇਸ ਜਿਹੜਾ ਵੰਸ਼ ਆ ਦਾ ਅੰਤ ਕਰਕੇ ਹੀ ਰਹਾਂਗਾ। ਫਿਰ ਇਹ ਜਦੋਂ ਉੱਥੋਂ ਚਲੇ ਜਾਂਦੇ ਆ ਤਾਂ ਇੱਕ ਵਿਚਾਰ ਦੇ ਅਨੁਸਾਰ ਇਹ ਚੰਦਰਗੁਪਤ ਨੂੰ ਮਿਲਦੇ ਆ, ਜੋ ਕਿ ਪਾਟਲੀਪੁੱਤਰ ਵਿੱਚ ਸੀ ਤੇ ਬਨੌਟੀ ਪਿਤਾ ਸੀਗੇ ਜਿਹੜੇ ਉਹਨਾਂ ਦੇ। ਭਾਵੁਕ ਕਹਿੰਦੇ ਮਾਲੀ ਕੋਲ ਰਹਿੰਦੇ ਸੀਗੇ ਤੇ ਜਿਹੜੇ ਉਹਨਾਂ ਨੂੰ ਬਨੌਟੀ ਪਿਤਾ ਵੀ ਕਹਿ ਦਿੱਤਾ ਜਾਂਦਾ, ਇੱਕ ਥੋਟ ਦੇ ਅਨੁਸਾਰ ਬੁੱਕਸ ਦੇ ਵਿੱਚ ਐਵੇਂ ਦਿੱਤਾ ਗਿਆ। ਤੇ ਉਹਨਾਂ ਤੋਂ ਇਹਨਾਂ ਨੇ 1000 ਪਣ ਦੇ ਕੇ ਖਰੀਦ ਲਿਆ ਸੀ ਚੰਦਰਗੁਪਤ ਨੂੰ। ਇਹਨਾਂ ਨੇ ਤਾਂ ਖਰੀਦਿਆ ਸੀ, ਕਹਿੰਦੇ ਇਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਇਹ ਇੱਕ ਵਧੀਆ ਮਤਲਬ ਸੈਨਾਪਤੀ ਬਣੇਗਾ, ਕਿਉਂਕਿ ਇਹ ਜਿਹੜਾ ਖੇਡਾਂ ਖੇਡ ਰਹੇ ਸੀ ਆਪਣੇ ਦੋਸਤਾਂ ਦੇ ਨਾਲ ਚੰਦਰਗੁਪਤ ਮੌਰੀਆ। ਤਾਂ ਇਹਨਾਂ ਨੇ ਉਹਨਾਂ ਨੂੰ ਜਿਹੜੀ ਸਿੱਖਿਆ ਦਿੱਤੀ ਸੀਗੀ ਉਹ ਟੈਕਸਲਾ ਦੇ ਵਿੱਚ ਦਿੱਤੀ। ਸੈਨਿਕ ਸਕੂਲ ਵਿੱਚ ਇਹਨਾਂ ਨੂੰ 8 ਸਾਲ ਭਰਤੀ ਕੀਤਾ ਇਹਨਾਂ ਨੇ, ਚਾਣਕਿਆ ਨੇ। ਇੱਕ ਹੋਰ ਵਿਚਾਰ ਆ ਕਿ ਵੀ ਜਿਹੜਾ ਪਾਟਲੀਪੁੱਤਰ 'ਚ ਸੀ ਚੰਦਰਗੁਪਤ, ਜਦੋਂ ਨੰਦਰਾਜ ਕੋਲ ਉਹਨਾਂ ਨੇ ਨੌਕਰੀ ਕਰ ਲਈ, ਜਦੋਂ ਪਾਟਲੀਪੁੱਤਰ ਰਹਿੰਦਾ ਸੀ, ਤਾਂ ਜਦੋਂ ਉਹਨਾਂ ਨੇ ਨੰਦਰਾਜ ਕੋਲ ਨੌਕਰੀ ਕੀਤੀ ਤਾਂ ਰਾਜੇ ਨੇ ਉਹਨੂੰ ਕੱਢ ਦਿੱਤਾ ਉੱਥੋਂ ਟੈਕਸ ਨਾਲ, ਕਿਉਂਕਿ ਉਹਨਾਂ ਨੇ ਉਹਨਾਂ ਨੂੰ ਕਹਿੰਦੇ ਸਲਾਹ ਦਿੱਤੀ ਸੀਗੀ ਨੰਦ ਰਾਜੇ ਨੂੰ ਵੀ ਤੁਸੀਂ ਕੋਈ ਉਹਨਾਂ ਨੇ ਜਿੱਤ ਪ੍ਰਾਪਤ ਜਿੱਤੇ ਹਮਲਾ ਕਰਨਾ ਸੀ, ਪਰ ਉਹ ਹਾਰ ਗਏ ਸੀ। ਉਹਨਾਂ ਨੂੰ ਸਲਾਹ ਕਿਹਨੇ ਦਿੱਤੀ ਸੀ? ਚੰਦਰਗੁਪਤ ਨੇ। ਤਾਂ ਕਹਿੰਦੇ ਉਹਨਾਂ ਨੇ ਇਹਨੂੰ ਕੱਢ ਦਿੱਤਾ ਉੱਥੋਂ, ਕਿਉਂਕਿ ਟੈਕਸ ਨਾਲ ਜਦੋਂ ਉਹਨੂੰ ਕੱਢ ਕੀਤੇ ਇਹਨਾਂ ਨੇ ਤਾਂ ਫਿਰ ਚੰਦਰਗੁਪਤ ਨੇ ਤਾਂ ਸਲਾਹ ਹੀ ਦੇਣੀ ਸੀ, ਸਲਾਹਕਾਰ ਸੀ। ਤਾਂ ਉਦੋਂ ਬਾਅਦ ਇਹ ਚਾਣਕਿਆ ਨਾਲ ਇਹਨਾਂ ਦੀ ਮੁਲਾਕਾਤ ਹੁੰਦੀ ਹੈ ਤੇ ਜਿੱਥੋਂ ਇਹਨਾਂ ਨੂੰ ਇਹ ਚਾਣਕਿਆ ਕਹਿੰਦੇ ਸਿੱਖਿਆ ਦੇਣ ਲੱਗ ਜਾਂਦੇ ਆ ਟੈਕਸਲਾ ਦੇ ਵਿੱਚ। ਇਸ ਤੋਂ ਬਿਨਾਂ ਇੱਕ ਹੋਰ ਕੁਐਸਚਨ ਪੁੱਛ ਲਿਆ ਜਾਂਦਾ, ਮਕਿਆਵਲੀ ਆ ਜਿਹੜੀ ਉਹਨਾਂ ਦੀ ਰਚਨਾ ਕਿਹੜੀ ਆ? ਦਾ ਪ੍ਰਿੰਸ ਉਹਨਾਂ ਦੀ ਰਚਨਾ। ਅਤੇ ਉਹਦੇ ਵਿੱਚ ਕੀ ਕੀਤਾ ਗਿਆ ਜੀ? ਉਹਦੇ ਵਿੱਚ ਅਰਥ ਸ਼ਾਸਤਰ ਦੀ ਤੁਲਨਾ ਕੀਤੀ ਗਈ ਹੈ ਦਾ ਪ੍ਰਿੰਸ ਨਾਲ ਵਿੱਚ, ਦੋਨੇ ਬੁੱਕਸ ਦੀ। ਮਕਿਆਵਲੀ ਨੇ ਉਹਨਾਂ ਦੀ ਤੁਲਨਾ ਕੀਤੀ ਹੈ ਅਰਥ ਸ਼ਾਸਤਰ ਦੀ। ਇਹ ਕੁਐਸਚਨ ਕਈ ਵਾਰ ਆ ਜਾਂਦਾ ਜੀ। ਅਰਥ ਸ਼ਾਸਤਰ 'ਚ ਕੌਟਲਿਆ, ਫਿਰ ਉਦੋਂ ਬਾਅਦ ਜਦੋਂ ਜੀ ਉਹਨਾਂ ਨਾਲ ਧਨਾਨੰਦ ਨਾਲ ਨੰਦ ਰਾਜੇ ਨਾਲ ਇਹਨਾਂ ਦੀ ਜਦੋਂ ਲੜਾਈ ਹੋ ਜਾਂਦੀ ਹੈ, ਉਹਨਾਂ ਨੂੰ ਕੱਢ ਦਿੱਤਾ ਜਾਂਦਾ ਚੰਦਰਗੁਪਤ ਨੂੰ। ਫਿਰ ਕਹਿੰਦੇ ਇਹਨਾਂ ਦੀ ਮੁਲਾਕਾਤ ਕਿਹਦੇ ਨਾਲ ਹੁੰਦੀ ਹੈ? ਚਾਣਕਿਆ ਦੇ ਨਾਲ। ਅਰਥ ਸ਼ਾਸਤਰ 'ਚੋਂ ਕੌਟਲਿਆ ਦੁਆਰਾ ਸਿਖਾਈ ਤੀਰ ਕਮਾਨੀ ਅਤੇ ਮੌਰੀਆ ਦੇ ਪ੍ਰਸ਼ਾਸਨ ਦੀ ਜਾਣਕਾਰੀ ਮਿਲਦੀ ਹੈ। ਉਹਨਾਂ ਨੇ ਉਹਨਾਂ ਨੂੰ ਕਿਵੇਂ, ਜਿਹੜੇ ਚੰਦਰਗੁਪਤ ਮੌਰੀਆ ਸੀਗਾ, ਉਹਨਾਂ ਨੂੰ ਤੀਰ ਕਮਾਨੀ, ਘੋੜਸਵਾਰੀ ਵਗੈਰਾ ਸਿਖਾਈ ਅਤੇ ਕਿਸ ਤਰ੍ਹਾਂ ਉਹਨਾਂ ਦਾ ਜਿਹੜਾ ਪ੍ਰਸ਼ਾਸਨ ਸੀਗਾ ਉਹਦੇ ਬਾਰੇ ਜਾਣਕਾਰੀ ਸਾਨੂੰ ਕਿੱਥੋਂ ਮਿਲਦੀ ਹੈ? ਅਰਥ ਸ਼ਾਸਤਰ ਤੋਂ। ਅਤੇ ਸਭ ਤੋਂ ਵੱਡਾ ਸੋਰਸ ਹੈ ਅਤੇ ਅਸਲੀ ਦਸਤਾਵੇਜ਼ ਆ ਜਿਹੜਾ ਅਰਥ ਸ਼ਾਸਤਰ ਆ, ਜਿਸ ਤੋਂ ਸਾਨੂੰ ਮੌਰੀਆ ਸਾਮਰਾਜ ਦੀ ਪੂਰਨ ਜਾਣਕਾਰੀ ਮਿਲਦੀ ਆ। ਇਸ ਦੇ 15 ਅਧਿਕਰਨ ਹੈ, 180 ਪ੍ਰਕਰਨ ਹੈ। ਭਾਰਤ 'ਚ ਸੂਤਰ ਅਤੇ ਭਾਸ਼ਾ ਦੇ ਸੁਮੇਲ
ਦੇ ਦੁਆਰਾ ਇਹਦੇ ਵਿੱਚ ਲਿਖੀ ਗਈ ਹੈ, ਮਤਲਬ ਸੂਤਰਿਕ ਭਾਸ਼ਾ ਦੇ ਸੁਮੇਲ ਨਾਲ ਲਿਖੀ ਗਈ ਹੈ। ਅਤੇ ਇਸ ਤੋਂ ਪਤਾ ਵੀ ਲੱਗਦਾ ਕਿ ਉਦੋਂ ਗੁਲਾਮ ਪ੍ਰਥਾ ਵੀ ਪ੍ਰਚਲਿਤ ਸੀਗੀ। ਇਸ ਤੋਂ ਬਿਨਾਂ ਜਿਹੜੀ ਸਥਾਵਿਰਾਵਲੀ ਹੈ, ਇੱਥੇ ਥੋੜ੍ਹਾ ਕੱਟ ਦਿਓ, ਸਥਾਵਿਰਾਵਲੀ ਹੈ, ਜਿਹੜਾ ਸਥਾਵਿਰਾਵਲੀ ਚਰਿਤ, ਇਹ ਚਾਣਕਿਆ ਦੀ ਜੀਵਨੀ ਹੈ ਜੀ। ਇਸ ਵਿੱਚ ਦੱਸਿਆ ਗਿਆ ਕਿ ਕਿਵੇਂ ਚਾਣਕਿਆ ਨੇ ਜੈਨਿਜ਼ਮ ਆ ਜਿਹੜਾ ਉਹ ਗ੍ਰਹਿਣ ਕੀਤਾ। ਕਿਹੜੀ ਬੁੱਕ ਉਹਨਾਂ ਦੀ ਜੀਵਨੀ ਹੈ? ਸਥਾਵਿਰਾਵਲੀ ਚਰਿਤ। ਗੱਲ ਕਰੀਏ ਜੇ ਆਪਾਂ ਮੈਗਸਥਨੀਜ਼ ਦੀ, ਇਸ ਤੋਂ ਪਹਿਲਾਂ ਆਪਾਂ ਥੋੜ੍ਹਾ ਜਿਹਾ ਸਿਕੰਦਰ ਬਾਰੇ ਅਤੇ ਸਲਿਊਕਸ ਬਾਰੇ ਵੀ ਪੜ੍ਹ ਲਈਏ, ਕਿਉਂਕਿ ਇਹ ਉਹਨਾਂ ਦੇ ਨਾਲ ਹੀ ਜੁੜਿਆ ਹੋਇਆ ਹੈ। ਹਾਂਜੀ, ਹੁਣ ਆਪਾਂ ਜਿਹੜੀ ਗੱਲ ਕਰਾਂਗੇ ਉਹ ਕਰਾਂਗੇ ਪਹਿਲਾਂ ਸਲਿਊਕਸ ਦੇ ਬਾਰੇ, ਅਤੇ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਸਿਕੰਦਰ ਦੇ ਬਾਰੇ, ਜਿਨ੍ਹਾਂ ਦਾ ਬਹੁਤ ਜ਼ਿਆਦਾ ਸੰਬੰਧ ਆ ਜਿਹੜਾ ਆਪਾਂ ਕਹਿ ਲਈਏ ਚੰਦਰਗੁਪਤ ਮੌਰੀਆ ਦੇ ਨਾਲ ਜੁੜਿਆ ਹੋਇਆ। ਜਿਨ੍ਹਾਂ ਨੇ ਇਸ ਤੋਂ ਹਾਰ ਪ੍ਰਾਪਤ ਕੀਤੀ ਸੀ ਉਹ ਸੀ ਸਲਿਊਕਸ। ਇਹ ਇੱਕ ਯੂਨਾਨੀ ਰਾਜਦੂਤ ਸੀਗਾ ਸਿਕੰਦਰ ਦਾ। ਇਸ ਦੇ ਬਾਰੇ ਜਾਣਕਾਰੀ ਹੁਣ ਆਪਾਂ ਪ੍ਰਾਪਤ ਕਰਾਂਗੇ। ਸਲਿਊਕਸ ਨੂੰ ਸਲਿਊਕਸ ਨਿਕੇਟਰ ਵੀ ਕਿਹਾ ਜਾਂਦਾ। ਇਹ ਚੰਦਰਗੁਪਤ ਦੇ ਸਲਿਊਕਸ ਵਿਚਕਾਰ ਲੜਾਈ ਹੋਈ ਸੀਗੀ। ਚੰਦਰਗੁਪਤ ਤੇ ਸਲਿਊਕਸ ਦੇ ਵਿਚਕਾਰ ਇੱਕ ਲੜਾਈ ਹੋਈ ਸੀ ਅਤੇ ਇਹਦੇ ਵਿੱਚ ਹੋ ਗਈ ਸੀ ਚੰਦਰਗੁਪਤ ਦੀ ਜੀ ਜਿੱਤ। ਜਿਹੜਾ ਸਲਿਊਕਸ ਸੀ ਇਹ ਕੌਣ ਸੀ? ਇਹ ਇੱਕ ਯੂਨਾਨੀ ਰਾਜਦੂਤ ਸੀ। ਕਿਸ ਦਾ? ਸਿਕੰਦਰ ਦਾ। ਸਿਕੰਦਰ ਨੂੰ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਜੀ? ਅਲੈਗਜ਼ੈਂਡਰ ਵੀ ਕਹਿ ਲਿਆ ਜਾਂਦਾ ਇਹਨਾਂ ਨੂੰ। ਜਿਹੜਾ ਸਿਕੰਦਰ ਦਾ ਪਿਤਾ ਸੀ ਉਹ ਸੀ ਫਿਲਿਪ। ਇਹ ਕਈ ਵਾਰ ਪੁੱਛ ਲੈਂਦੇ ਆ ਵੀ ਸਿਕੰਦਰ ਦੇ ਪਿਤਾ ਦਾ ਨਾਮ ਕੀ ਸੀ? ਉਹਦਾ ਨਾਮ ਸੀ ਜੀ ਫਿਲਿਪ। ਅਤੇ ਇਹਨੇ ਜੋ ਸੀ 325 ਈਸਵੀ ਪੂਰਵ ਦੇ ਵਿੱਚ ਜਿਹੜਾ ਫਿਲਿਪ ਆ ਉਹ ਮਰ ਜਾਂਦਾ ਹੈ, ਅਤੇ ਜਿਹੜੀ ਸਿਕੰਦਰ ਦੀ ਮੌਤ ਹੁੰਦੀ ਹੈ ਜੀ ਉਹ 323 ਈਸਾ ਪੂਰਵ ਵਿੱਚ ਹੁੰਦੀ ਹੈ। ਸਲਿਊਕਸ ਸੀਗਾ ਜਿਹੜਾ ਇਹਦਾ ਰਾਜਦੂਤ ਸੀ। ਜਦੋਂ ਇਹ ਹਾਰ ਗਿਆ ਤਾਂ ਉਹਨਾਂ ਨੇ ਆਪਣੀ ਜਿਹੜੀ ਬੇਟੀ ਸੀਗੀ ਕਾਰਨੇਲੀਆ, ਜਿਹਨੂੰ ਹੈਲਨਾ ਵੀ ਕਿਹਾ ਜਾਂਦਾ, ਉਹਦਾ ਵਿਆਹ ਚੰਦਰਗੁਪਤ ਨਾਲ ਕਰ ਦਿੱਤਾ। ਸਲਿਊਕਸ ਨੇ ਕਾਬਲ, ਕੰਧਾਰ, ਹਰਾਤ ਅਤੇ ਸਕਾਤ, ਬਲੋਚਿਸਤਾਨ ਦੇ ਜਿਹੜੇ ਇਲਾਕੇ ਸੀ ਉਹ ਚੰਦਰਗੁਪਤ ਮੌਰੀਆ ਨੂੰ ਭੇਟ ਕਰਤੇ। ਇੱਕ ਪਲੂਟਾਰਕ ਵਿਦਵਾਨ ਹੋਇਆ, ਪਲੂਟਾਰਕ, ਉਹਨਾਂ ਦੇ ਅਨੁਸਾਰ ਚੰਦਰਗੁਪਤ ਨੇ ਸਲਿਊਕਸ ਨੂੰ, ਜਿਹੜਾ ਚੰਦਰਗੁਪਤ ਆ ਵੀ ਉਹਨਾਂ ਨੂੰ 500 ਹਾਥੀ ਭੇਟ ਕੀਤੇ ਸੀ। ਸਲਿਊਕਸ ਨੇ ਆਪਣੀ ਰਾਜਦੂਤ ਮੈਗਸਥਨੀਜ਼, ਜਿਹੜਾ ਕਿ ਉਹਨਾਂ ਦਾ ਰਾਜਦੂਤ ਸੀ ਮੈਗਸਥਨੀਜ਼। ਵੇਖੋ ਪਹਿਲਾਂ ਤਾਂ ਸਿਕੰਦਰ ਨੇ ਆਪਣਾ ਰਾਜਦੂਤ ਭੇਜਿਆ ਜਿਹਦਾ ਨਾਮ ਕੀ ਸੀ? ਸਲਿਊਕਸ, ਠੀਕ ਹੈ। ਅਤੇ ਉਹਨਾਂ ਨੇ ਆਪਣੀ ਜਿਹੜੀ, ਜਦੋਂ ਹਾਰ ਗਿਆ, ਆਪਣੀ ਜਿਹੜੀ ਬੇਟੀ ਆ ਕਾਰਨੇਲੀਅਨ, ਉਹ 'ਤੇ ਹੈਲਨਾ ਜਿਹਨੂੰ ਕਿਹਾ ਜਾਂਦਾ, ਉਹਦਾ ਵਿਆਹ ਕਰਤਾ ਸੀਗਾ ਇਹਦੇ ਨਾਲ, ਚੰਦਰਗੁਪਤ ਨਾਲ। ਅਤੇ ਉਸ ਤੋਂ ਬਾਅਦ ਜਿਹੜਾ ਚੰਦਰਗੁਪਤ ਆ ਉਹਨਾਂ ਨੂੰ ਵੀ ਕੁਝ ਪਹਿਲਾਂ ਤਾਂ ਉਹ ਇਲਾਕੇ ਦਿੰਦਾ ਜਿਵੇਂ ਕਾਬਲ, ਕੰਧਾਰ, ਹਰਾਤ, ਬਲੋਚਿਸਤਾਨ ਦੀ। ਉਸ ਤੋਂ ਬਾਅਦ ਜਿਹੜਾ ਚੰਦਰਗੁਪਤ ਹੈ ਉਹ ਉਹਨਾਂ ਨੂੰ 500 ਹਾਥੀ ਭੇਟ ਕਰਤਾ। ਅਤੇ ਫਿਰ ਇੱਕ ਵਿਚਾਰ ਅਨੁਸਾਰ ਵੀ ਉਹ ਜਿਹੜੇ ਆਪਣੇ ਮੈਗਸਥਨੀਜ਼ ਆ, ਸਲਿਊਕਸ ਆਪਦਾ ਰਾਜਦੂਤ ਭੇਜ ਦਿੰਦਾ ਚੰਦਰਗੁਪਤ ਮੌਰੀਆ ਦੇ ਦਰਬਾਰ ਦੇ ਵਿੱਚ, ਜਿਨ੍ਹਾਂ ਨੇ ਕੀ ਲਿਖੀ ਸੀ? ਇੰਡੀਕਾ, ਜਿਨ੍ਹਾਂ ਦੇ ਬਾਰੇ ਆਪਾਂ ਪੜ੍ਹਾਂਗੇ ਹੁਣ। ਸਲਿਊਕਸ ਨੇ 350 ਈਸਾ ਪੂਰਵ ਦੇ ਵਿੱਚ ਹਮਲੇ ਦੌਰਾਨ ਮੱਧ ਏਸ਼ੀਆ ਦੇ ਪ੍ਰਦੇਸ਼ ਵੀ ਜਿੱਤ ਲਏ ਸੀ। ਇੱਕ ਬਹੁਤ ਹੀ ਮਹਾਨ ਸ਼ਾਸਕ ਸੀ ਜਿਹੜਾ ਸਲਿਊਕਸ ਸੀ। ਗੱਲ ਕਰੀਏ ਮੈਗਸਥਨੀਜ਼ ਇੰਡੀਕਾ ਦੀ। ਇਹ ਇੱਕ ਗ੍ਰੀਕ ਰਾਜਦੂਤ, ਜਾਂ ਆਪਾਂ ਕਹਿ ਲਈਏ ਯੂਨਾਨੀ ਰਾਜਦੂਤ, ਸਲਿਊਕਸ ਨਿਕੇਟਰ ਜਾਂ ਇਕੱਲਾ ਸਲਿਊਕਸ, ਉਸਨੇ ਇਸ ਨੂੰ ਭੇਜਿਆ ਸੀਗਾ ਚੰਦਰਗੁਪਤ ਮੌਰੀਆ ਦੇ ਦਰਬਾਰ ਦੇ ਵਿੱਚ। ਜਿਹੜੀ ਇਹਦੀ ਬੁੱਕ ਆ ਇੰਡੀਕਾ, ਉਹ ਤੋਂ ਸਮਾਜਿਕ, ਰਾਜਨੀਤਿਕ, ਆਰਥਿਕ ਜੀਵਨ ਦੀ ਜਿਹੜੀ ਜਾਣਕਾਰੀ ਮਿਲਦੀ ਆ। 7 ਜਾਤਾਂ ਨਾਲ ਸੰਬੰਧ ਕਹਿੰਦੇ ਇਹਦੇ ਵਿੱਚ ਦੱਸਿਆ ਗਿਆ ਵੀ ਉਸ ਸਮੇਂ ਚੰਦਰਗੁਪਤ ਮੌਰੀਆ ਦੇ ਰਾਜ ਵਿੱਚ 7 ਜਾਤਾਂ ਪ੍ਰਚਲਿਤ ਸੀ ਅਤੇ ਗੁਲਾਮ ਪ੍ਰਥਾ ਹੈ ਨਹੀਂ ਸੀ। ਚੰਦਰਗੁਪਤ ਦੇ ਦਰਬਾਰ 'ਚ ਆਇਆ ਸੀ ਇਹ, ਅਤੇ 7 ਭਾਗਾਂ ਵਿੱਚ ਇਹਨੇ ਮੌਰੀਆ ਸਾਮਰਾਜ ਨੂੰ ਵੰਡਿਆ ਸੀ। ਉਹ ਕਿਹੜੇ 7 ਭਾਗਾਂ 'ਚ ਵੰਡਿਆ ਸੀ? ਨੰਬਰ 1 ਕਾਰੀਗਰ, ਨੰਬਰ 2 ਸੈਨਿਕ, ਨੰਬਰ 3 ਹੀਰ, ਨੰਬਰ 4 ਦਾਰਸ਼ਨਿਕ, ਨੰਬਰ 5 ਕਿਸਾਨ, ਨੰਬਰ 6 ਨਿਰੀਖਕ, ਨੰਬਰ 7 ਸਭਾਸਦ। ਇਹ 7 ਭਾਗਾਂ ਦੇ ਵਿੱਚ ਇਸਨੇ ਮੌਰੀਆ ਸਾਮਰਾਜ ਨੂੰ ਵੰਡਿਆ ਸੀ। ਮੈਗਸਥਨੀਜ਼ ਨੇ ਪਾਟਲੀਪੁੱਤਰ ਆ ਜਿਹੜੀ ਇਹਨਾਂ ਦੀ ਰਾਜਧਾਨੀ ਸੀ, ਉਹਨੂੰ ਪੋਲੀਥੀਓ ਦਾ ਨਾਂ ਵੀ ਦਿੱਤਾ। ਪਾਟਲੀਪੁੱਤਰ 'ਚ 570 ਬੁਰਜ, 64 ਦਰਵਾਜ਼ੇ ਸੀ। ਇਸ ਦੇ ਅਨੁਸਾਰ 2-3 ਜ਼ਿਲ੍ਹਾ ਘਰ ਸੀ। ਘਰ ਲੱਕੜੀ ਅਤੇ ਕੱਚੀਆਂ ਇੱਟਾਂ ਦੇ ਬਣੇ ਹੋਏ ਸਨ।
ਰਾਜੇ ਦੇ ਮਹਿਲ ਵੀ ਜਿਹੜੇ ਕਹਿੰਦੇ ਲੱਕੜੀ, ਜਿਹੜੀ ਕਾਠ ਦੀ ਲੱਕੜੀ ਹੁੰਦੀ ਸੀ ਉਹ ਲਗਾਈ ਗਈ ਸੀ ਰਾਜੇ ਦੇ ਮਹਿਲ ਦੇ ਵਿੱਚ, ਅਤੇ ਪੱਥਰ ਦੀ ਨਕਾਸੀ ਨਾਲ ਇਹਨੂੰ ਸ਼ਿੰਗਾਰਿਆ ਗਿਆ ਸੀ। ਇਹ ਸਾਰਾ ਕੁਝ ਕਿੱਥੇ ਲਿਖਿਆ ਹੋਇਆ? ਮੈਗਸਥਨੀਜ਼ ਦੀ ਇੰਡੀਕਾ ਦੇ ਵਿੱਚ ਲਿਖਿਆ ਹੋਇਆ, ਜੋ ਕਿ ਸਲੂਕਸ ਨਿਕੇਤਰ ਦਾ ਰਾਜਦੂਤ ਸੀ ਅਤੇ ਚੰਦਰਗੁਪਤ ਮੌਰੀਆ ਦੇ ਦਰਬਾਰ ਵਿੱਚ ਆਇਆ ਸੀ। ਹਾਂਜੀ, ਜੇਕਰ ਆਪਾਂ ਇਹਨਾਂ ਦੀ ਜਿੱਤਾਂ ਦੀ ਗੱਲ ਕਰੀਏ, ਆਪਾਂ ਆਲਰੇਡੀ ਕਰ ਚੁੱਕੇ ਹਾਂ। ਇਹਨਾਂ ਦੀ ਪਹਿਲੀ ਜਿੱਤ ਪੰਜਾਬ ਦੀ ਜਿੱਤ ਸੀ, ਯੂਨਾਨੀਆਂ ਦੇ ਵਿਰੁੱਧ ਇਹਨਾਂ ਨੇ ਸਲੂਕਸ ਨੂੰ ਵੀ ਹਰਾਇਆ ਸੀ। ਇਸ ਤੋਂ ਬਿਨਾਂ ਅਤੇ ਮਗਧ ਦੀ ਜਿੱਤ ਆ ਜਿਹੜੀ, ਉਹ ਸਿੰਧ, ਇਹਦੀ ਸੰਧੀ ਨਹੀਂ ਹੋਈ ਸੀ ਇਹਨਾਂ ਦੀ ਜਦੋਂ ਇਹਨਾਂ ਨੇ ਮਗਧ ਜਿੱਤਣਾ ਸੀ, ਕਿ ਇੱਕ ਬਹੁਤ ਹੀ ਸ਼ਕਤੀਸ਼ਾਲੀ ਰਾਜਾ ਸੀਗਾ ਮਗਧ ਦਾ, ਭੱਦਲ ਸ਼ਾਹ। ਅਤੇ ਸੌਰੀ ਮਗਧ ਜਿਹੜਾ ਸੀਗਾ ਬਹੁਤ ਹੀ ਸ਼ਕਤੀਸ਼ਾਲੀ ਰਾਜ ਸੀਗਾ ਇੱਕ, ਤਾਂ ਕਰਕੇ ਇਹਨਾਂ ਨੇ ਇਹਨੂੰ ਜਿੱਤਣ ਦੇ ਬਾਰੇ ਸੋਚਿਆ। ਇੱਕ ਹੋਰ ਗੱਲ ਵੀ ਪ੍ਰਚਲਿਤ, ਇੱਕ ਕਹਾਣੀ ਵੀ, ਇੱਕ ਵਾਰ ਜਿਹੜਾ ਚਾਣਕਿਆ ਅਤੇ ਚੰਦਰਗੁਪਤ ਮੌਰੀਆ ਜਿਹੜੇ ਚਾਣਕਿਆ ਅਤੇ ਚੰਦਰਗੁਪਤ ਮੌਰੀਆ ਦੋਨੋਂ ਜਾਣੇ ਰਾਤ ਨੂੰ ਜਦੋਂ ਇਹ ਹਾਰ ਜਾਂਦੇ ਆ, ਕਹਿੰਦੇ ਪੰਜਾਬ, ਕਈ ਮੰਨ ਰਹੇ ਆ ਵੀ ਇਤਿਹਾਸਕਾਰ ਇਹਨਾਂ ਨੂੰ ਪੰਜਾਬ ਇਹਨਾਂ ਤੋਂ ਜਿੱਤਿਆ ਨਹੀਂ ਗਿਆ ਸੀ, ਤਾਂ ਉਹਨਾਂ ਨੇ ਕਿਹਾ ਕਿ ਰਾਤ ਨੂੰ ਜਦੋਂ ਜਾ ਰਹੇ ਸੀ, ਇਹਨਾਂ ਦੀ ਸਾਰੀ ਸੈਨਾ ਜਿਹੜੀ ਹਾਰ ਗਈ ਸੀ, ਟੁੱਟ ਭੱਜ, ਬਹੁਤ ਜ਼ਿਆਦਾ ਇਹਨਾਂ ਨੂੰ ਨੁਕਸਾਨ ਹੋਇਆ। ਇਹਨਾਂ ਨੂੰ ਕਹਿੰਦੇ ਦੁਬਾਰਾ ਸੈਨਾ ਬਣਾਉਣੀ ਪਈ ਸੀ। ਤਾਂ ਉਹਨਾਂ ਨੇ ਰਾਸਤੇ ਦੇ ਵਿੱਚ ਜਦੋਂ ਇਹ ਰਾਤ ਨੂੰ ਜਾ ਰਹੇ ਸੀ, ਇੱਕ ਥਾਂ ਇਹ ਠਹਿਰੇ, ਤਾਂ ਇੱਕ ਔਰਤ ਆ ਜਿਹੜੀ ਕਹਿੰਦੇ ਆਪਣੇ ਬੱਚੇ ਨੂੰ ਕਹਿ ਰਹੀ ਆ ਕਿ ਵੀ ਚੰਦਰਗੁਪਤ ਮੌਰੀਆ ਜਿਹੜਾ, ਜੇਕਰ ਉਹਨੇ ਵੀ ਪਾਗਲਾਂ ਵਾਲਾ ਕੰਮ ਕੀਤਾ, ਜੇਕਰ ਉਹ ਪੱਛਮੀ ਇਲਾਕਿਆਂ ਨੂੰ ਜਿੱਤਣ ਲੱਗਦਾ ਤਾਂ ਉਹਨੇ ਫਿਰ ਹੌਲੀ ਹੌਲੀ ਜਿਹੜੇ ਮੱਧ ਦੇ ਇਲਾਕੇ ਜਿੱਤਣੇ ਸੀ, ਉਹ ਪਹਿਲਾਂ ਹੀ ਮੱਧ ਤੋਂ ਉਹਨੇ ਜਿੱਤ ਸਟਾਰਟ ਕਰ ਦਿੱਤੀ। ਤਾਂ ਕਹਿੰਦੇ ਉੱਥੋਂ ਜਦੋਂ ਇਹਨੇ ਇਹ ਗੱਲ ਸੁਣੀ ਤਾਂ ਇਹ ਪੱਛਮੀ ਇਲਾਕੇ ਆ ਜਿਹੜੇ ਇਹਨਾਂ ਨੇ ਜਿੱਤਣੇ ਸਟਾਰਟ ਕਰ ਦਿੱਤੇ, ਅਤੇ ਇਹਨਾਂ ਨੇ ਫਿਰ ਤੋਂ ਕਹਿੰਦੇ ਆਪਣੀ ਸੈਨਾ ਜਿਹੜੀ ਇਕੱਠੀ ਕੀਤੀ ਅਤੇ ਜਿਹੜੇ ਪੱਛਮ ਦੇ ਇਲਾਕੇ ਉਹਨਾਂ ਨੂੰ ਜਿੱਤਣਾ ਸਟਾਰਟ ਕੀਤਾ। ਫਿਰ ਇਹਨਾਂ ਨੇ ਪੱਛਮੀ ਭਾਰਤ ਦੀ ਜਿਹੜੀ ਜਿੱਤ ਆ ਉਹ ਪ੍ਰਾਪਤ ਕੀਤੀ, ਅਤੇ ਉਸ ਤੋਂ ਪਹਿਲਾਂ ਇਹਨਾਂ ਨੇ ਮਗਧ ਦੀ ਜਿੱਤ ਪ੍ਰਾਪਤ ਕਰੀ ਅਤੇ ਸੰਧੀ ਕਰੀ ਸੀ ਪ੍ਰਵਰਤਕ ਰਾਜੇ ਦੇ ਨਾਲ। ਉਹਨਾਂ ਨੇ ਇਹਨਾਂ ਦੀ ਹੈਲਪ ਕਰੀ ਸੀ, ਅਤੇ ਜਿਹੜਾ ਪ੍ਰਵਰਤਕ ਸੀਗਾ ਉਹ ਵੀ ਲੜਾਈ ਦੇ ਵਿੱਚ ਮਾਰਿਆ ਗਿਆ। ਧਨਾਨੰਦ ਸੀ ਜਿਹੜਾ ਆਖਰੀ ਸ਼ਾਸਕ ਸੀ ਆਨੰਦ ਵੰਸ਼ ਦਾ, ਕਿਉਂਕਿ ਚਾਣਕਿਆ ਅਤੇ ਜਿਹੜਾ ਚੰਦਰਗੁਪਤ ਮੌਰੀਆ ਸੀ, ਦੋਨਾਂ ਨੇ ਇਹ ਸੋਚੀ ਹੋਈ ਸੀ ਕਿ ਵੀ ਆਨੰਦ ਵੰਸ਼ ਦਾ ਜਿਹੜਾ ਸੀ ਅੰਤ ਕਰ ਦੇਣਾ। ਕਹਿੰਦੇ ਇੱਕ ਇਹਨਾਂ ਦਾ ਬਜ਼ੁਰਗ ਸੀਗਾ ਜਿਹੜਾ ਬਚ ਗਿਆ ਸੀ, ਅਤੇ ਉਹ ਜੰਗਲਾਂ ਦੇ ਵਿੱਚ ਵੱਲ ਦੌੜ ਗਿਆ, ਅਤੇ ਬਾਅਦ ਵਿੱਚ ਉਸ ਨੂੰ ਵੀ ਇਹਨਾਂ ਨੇ ਮਾਰ ਦਿੱਤਾ। ਤਾਜਪੋਸ਼ੀ ਹੋਈ ਇਹਨਾਂ ਦੀ ਚੰਦਰਗੁਪਤ ਦੀ 321 ਈਸਾ ਪੂਰਵ ਦੇ ਵਿੱਚ। ਤਾਂ ਪੱਛਮੀ ਭਾਰਤ ਦੀ ਜਿੱਤਾਂ 'ਤੇ ਇਹਨਾਂ ਨੇ ਮੋਸਟਲੀ ਜ਼ਿਆਦਾ ਧਿਆਨ ਦਿੱਤਾ। ਸੌਰਾਸ਼ਟਰ ਤੱਕ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ। ਕਹਿੰਦੇ ਪਤਾ ਲੱਗਦਾ ਹੈ ਕਿ ਰੁਦਰ ਦਾਮਨ ਜੂਨਾਗੜ੍ਹ ਤੋਂ, ਇਸ ਬਾਰੇ ਕਿ ਇਹਨਾਂ ਦਾ ਜਿਹੜਾ ਵਿਸਥਾਰ ਸੀਗਾ ਰਾਜ, ਉਹ ਸੌਰਾਸ਼ਟਰ ਤੱਕ ਸੀ। ਇਹਨਾਂ ਦੀ ਰਾਜਧਾਨੀ ਸੀ ਪਾਟਲੀਪੁੱਤਰ, ਇਹਨਾਂ ਨੇ ਰਾਜਧਾਨੀ ਬਣਾਇਆ। ਚੰਦਰਗੁਪਤ ਮੌਰੀਆ ਦੇ ਨਿਯੁਕਤ ਕੀਤੇ, ਜਿਹੜਾ ਇੱਕ ਗਵਰਨਰ ਨਿਯੁਕਤ ਕੀਤਾ ਸੀ ਇਹਨਾਂ ਨੇ, ਪੁੱਛਿਆ ਗੁਪਤ, ਉਹਨਾਂ ਨੇ ਸੁਦਰਸ਼ਨ ਝੀਲ ਦਾ ਨਿਰਮਾਣ ਕੀਤਾ ਗਿਰਨਾਰ ਨਾਮੇ ਇੱਕ ਸਥਾਨ 'ਤੇ। ਫਿਰ ਜੀ ਕਿ ਕਈ ਵਿਦਵਾਨ ਮੰਨਦੇ ਆ ਕਿ ਇਹਨਾਂ ਨੇ ਦੱਖਣ ਦੀਆਂ ਜਿੱਤਾਂ ਵੀ ਪ੍ਰਾਪਤ। ਦੱਖਣੀ ਭਾਰਤ ਦੀ ਜਿੱਤ ਇਹਨਾਂ ਦੀ ਅਹਨਾਨੂਰ ਅਤੇ ਪੁਰਨਾਨੂਰ ਨਾਮਕ ਦੋ ਗ੍ਰੰਥ ਹੈ, ਜਿੱਥੋਂ ਚੰਦਰਗੁਪਤ ਮੌਰੀਆ ਦੇ ਦੱਖਣ ਦੀ ਜਿੱਤ ਬਾਰੇ ਪਤਾ ਲੱਗਦਾ। ਉਹਨਾਂ ਨੇ ਸੌਰਾਸ਼ਟਰ, ਮਾਲਵਾ, ਅਵੰਤੀ ਦੇ ਨਾਲ ਨਾਲ ਉਹਨਾਂ ਨੇ ਮਦੂਰ ਦੇ ਦੱਖਣੀ ਇਲਾਕੇ ਜਿਹੜੇ ਉਹ ਮਗਧ ਰਾਜ ਵਿੱਚ ਮਿਲਾ ਲਏ। ਪਲੂਟਰਕ ਨੇ ਜਿਹੜਾ ਇਤਿਹਾਸਕਾਰ ਨੇ ਭਾਰਤ ਦੀ ਜਿੱਤ ਲਈ 6 ਲੱਖ ਇਹਨਾਂ ਨੇ ਸੈਨਿਕਾਂ ਦੀ ਵਿਸ਼ਾਲ ਕਹਿੰਦੇ ਸਿਆਣਾ ਤਿਆਰ ਕੀਤੀ ਸੀ ਭਾਰਤ ਨੂੰ ਜਿੱਤਣ ਦੇ ਲਈ। ਚੰਦਰਗੁਪਤ ਮੌਰੀਆ ਨੇ ਵਿਦਿਆਂਚਲ ਦੇ ਪਾਰ ਦੱਖਣੀ ਭਾਰਤ ਦੇ ਪ੍ਰਦੇਸ਼ਾਂ 'ਤੇ ਇਹਨਾਂ ਨੇ ਜਿੱਤ ਲਏ, ਜੋ ਕਿ ਮੈਸੂਰ ਤੱਕ ਸੀ ਜਿੱਤ ਪ੍ਰਾਪਤ ਕੀਤੀ। ਇਸ ਤੋਂ ਬਿਨਾਂ ਅਸ਼ੋਕ ਦੇ ਜਿਹੜੇ ਸਿੱਧਪੁਰ, ਮੈਸੂਰ ਅਤੇ ਮਾਸਕੀ ਹੈਦਰਾਬਾਦ ਵਿੱਚ 2 ਸ਼ਿਲਾਲੇਖ ਹੈ। ਇੱਕ ਤਾਂ ਮੈਸੂਰ ਦੇ ਵਿੱਚ, ਸਿੱਧਪੁਰ ਵਿੱਚ, ਅਤੇ ਦੂਸਰਾ ਮਾਸਕੀ ਹੈਦਰਾਬਾਦ ਵਿੱਚ। ਇਹਨਾਂ ਤੋਂ ਪਤਾ ਚੱਲਦਾ ਕਿ ਇਹਨਾਂ ਨੇ ਦੱਖਣ ਦੇ ਇਲਾਕਿਆਂ ਦੇ ਵਿੱਚ ਜਿਹੜੀ ਜਿੱਤ ਪ੍ਰਾਪਤ ਕੀਤੀ ਸੀ। ਜੇਕਰ ਆਪਾਂ ਇਹਨਾਂ ਦੇ ਸਾਮਰਾਜ ਦੀ ਗੱਲ ਕਰ ਲਈਏ ਜੀ, ਇਹਨਾਂ ਦਾ ਜਿਹੜਾ ਸਾਮਰਾਜ ਸੀ ਉੱਤਰੀ ਹਿਮਾਲਿਆ ਤੋਂ ਲੈ ਕੇ ਦੱਖਣ ਮੈਸੂਰ ਤੱਕ, ਪੂਰਬ ਬੰਗਾਲ ਤੋਂ ਲੈ ਕੇ ਉੱਤਰ ਪੱਛਮ ਹਿੰਦੂਕਸ ਪਰਬਤ ਤੱਕ ਫੈਲਿਆ ਹੋਇਆ ਸੀ, ਪੱਛਮ ਦੇ ਅਰਬ ਸਾਗਰ ਤੱਕ। ਰਾਜਧਾਨੀ ਇਹਨਾਂ ਦੀ ਪਾਟਲੀਪੁੱਤਰ ਸੀ, ਅਤੇ ਜਿਹੜੇ ਕਲਿੰਗ ਪ੍ਰਦੇਸ਼ ਸੀ ਉਹ ਇਹਦੇ ਵਿੱਚ ਸ਼ਾਮਲ ਨਹੀਂ ਸੀ, ਇਹਨਾਂ ਨੇ ਸ਼ਾਮਲ ਨਹੀਂ ਕੀਤੇ ਸੀ, ਇਹਨਾਂ ਦੇ ਰਾਜ ਸਮੇਂ ਨਹੀਂ ਸੀ। ਅਸ਼ੋਕ, ਇਸ ਤੋਂ ਬਿਨਾਂ ਵੈਸੇ ਹਜੇ ਨੈਕਸਟ ਅਸ਼ੋਕ ਵਾਲੇ 'ਚ ਕਰਨੇ ਸੀ, ਮੇਰੇ ਇੱਥੇ ਲਿਖਿਆ ਹੋਇਆ, ਕਰ ਹੀ ਲੈਂਦੇ ਆਪਾਂ। 2 ਪੁਸਤਕਾਂ ਸੀਗੀਆਂ, ਅਸ਼ੋਕ ਅਵਦਾਨ ਅਤੇ ਦਿਵਿਆ ਅਵਦਾਨ। ਅਵਦਾਨ ਆ ਜਿਹੜਾ ਦਾ ਮਤਲਬ ਹੁੰਦਾ ਜੀ, ਪਾਲੀ ਭਾਸ਼ਾ ਦਾ ਸ਼ਬਦ ਹੈ ਇਹ, ਅਤੇ ਅਵਦਾਨ ਜਿਸ ਤੋਂ ਪਤਾ ਚੱਲਦਾ ਇਹਨਾਂ 2 ਪੁਸਤਕਾਂ ਤੋਂ, ਬਿੰਦੂਸਾਰ ਜੋ ਕਿ ਚੰਦਰਗੁਪਤ ਮੌਰੀਆ ਦਾ ਜਿਹੜਾ ਪੁੱਤਰ ਸੀ, ਅਤੇ ਅਸ਼ੋਕ ਬਿੰਦੂਸਾਰ ਦਾ ਪੁੱਤਰ ਸੀ। ਇਹ ਕਿਤਾਬਾਂ 'ਚੋਂ ਜਾਣਕਾਰੀ ਮਿਲਦੀ ਹੈ ਇਹਨਾਂ ਦੇ ਬਾਰੇ, ਅਤੇ ਬੋਧੀ ਪੁਸਤਕਾਂ ਇਹ ਅਸ਼ੋਕ ਅਵਦਾਨ ਅਤੇ ਦਿਵਿਆ ਅਵਦਾਨ।
ਤੇ ਬੁੱਧ ਮੌਰੀਆ ਦੇ ਜਿਹੜੇ ਸੰਕ ਵੰਸ਼ ਦੀ, ਇਸ ਤੋਂ ਬਿਨਾਂ ਮੌਰੀਆ ਦੀ ਵੀ ਜਾਣਕਾਰੀ ਮਿਲਦੀ ਹੈ, ਅਸ਼ੋਕ ਤੇ ਬਿੰਦੂਸਾਰ ਦੀ। ਇਸ ਤੋਂ ਬਿਨਾਂ ਸੁੰਗ ਵੰਸ਼ ਦੀ ਵੀ ਜਾਣਕਾਰੀ ਹੈ ਜਿਹੜੀ ਅਸ਼ੋਕ ਅਵਦਾਨ ਤੇ ਦਿਵਿਆ ਅਵਦਾਨ ਤੋਂ ਮਿਲਦੀ ਹੈ। ਨੈਕਸਟ ਜੀ 2 ਪੁਸਤਕਾਂ ਹੋਰ ਨੇ, ਦੀਪਬਾਮਮਾ ਅਤੇ ਮਹਾਬਾਮਾ। ਬੋਧੀ ਪੁਸਤਕਾਂ ਨੇ ਇਹ। ਸ਼੍ਰੀਲੰਕਾ ਦੇ ਇਤਿਹਾਸ ਦੀ ਜਾਣਕਾਰੀ ਮਿਲਦੀ ਹੈ। ਇੱਥੋਂ ਪਤਾ ਚੱਲਦਾ ਕਿ ਵੀ ਅਸ਼ੋਕ ਨੇ ਆਪਣਾ ਜਿਹੜਾ ਧਰਮ ਸੀ ਉਹ ਕਿਵੇਂ ਫੈਲਾਇਆ ਸੀ। ਇਸ ਤੋਂ ਬਿਨਾਂ ਜਾਤਕ ਕਹਾਣੀਆਂ ਉਹ ਸੰਸਕ੍ਰਿਤ ਦੇ ਵਿੱਚ ਮਿਲਦੀਆਂ। ਬੁੱਧ ਦੇ ਜੀਵਨ ਅਤੇ ਮੌਰੀਆ ਸਾਮਰਾਜ ਦੇ ਜਿਹੜੇ ਸਮਾਜਿਕ, ਆਰਥਿਕ, ਰਾਜਨੀਤਿਕ ਜੀਵਨ ਦੀ ਜਾਣਕਾਰੀ ਉਹਨਾਂ ਤੋਂ ਸਾਨੂੰ ਪ੍ਰਾਪਤ ਹੁੰਦੀ ਆ। ਹੁਣ ਜੇਕਰ ਆਪਾਂ ਗੱਲ ਕਰ ਲਈਏ ਚੰਦਰਗੁਪਤ ਮੌਰੀਆ ਦੀ ਮੌਤ ਦੇ ਬਾਰੇ, ਤਾਂ ਜਿਹੜਾ ਇਹਨਾਂ ਦੀ ਮੌਤ ਇਹਨਾਂ ਦੀ ਉਹ ਕਿਵੇਂ ਹੁੰਦੀ ਆ। ਅੰਤਿਮ ਸਮੇਂ ਇਹਨਾਂ ਨੇ ਜੈਨ ਧਰਮ ਅਪਣਾ ਲਿਆ ਅਤੇ ਜਿਹੜਾ ਭੱਦਰਵਾਹੂ ਸੀਗਾ ਜੈਨ ਧਰਮ ਦਾ, ਤਾਂ ਉਹਨਾਂ ਨੂੰ ਲੈ ਕੇ ਇਹ ਸਰਵਣ ਬੇਲਗੋਲਾ ਨਾਮ ਦੇ ਸਥਾਨ 'ਤੇ ਚਲੇ ਗਏ ਸੀ, ਜੋ ਕਿ ਕਰਨਾਟਕ ਦੇ ਵਿੱਚ ਆ ਸਰਵਣ ਬੇਲਗੋਲਾ। ਅਤੇ ਉੱਥੇ ਇਹਨਾਂ ਨੇ ਚੰਦਰਗਿਰੀ ਪਰਬਤ ਉੱਤੇ ਚੰਦਰਗੁਪਤ ਬਸਤੀ ਬਣਾਈ। ਕਈ ਵਾਰ ਪੁੱਛ ਲੈਂਦੇ ਆ ਵੀ ਚੰਦਰਗੁਪਤ ਬਸਤੀ ਕਿੱਥੇ ਬਣਾਈ ਗਈ, ਤਾਂ ਉਹ ਚੰਦਰਗਿਰੀ ਪਰਬਤ 'ਤੇ ਚੰਦਰਗੁਪਤ ਮੌਰੀਆ ਨੇ ਬਣਾਈ ਸੀ। 298 BC ਦੇ ਵਿੱਚ ਇਹਨਾਂ ਨੇ ਜਿਹੜੀ ਸਲੇਖਵਾ ਵਿਧੀ ਸੀ, ਸਲੇਖਵਾ ਵਿਧੀ ਹੁੰਦੀ ਆ ਜੈਨ ਧਰਮ ਦੇ ਵਿੱਚ ਆ, ਮੌਤ ਤੱਕ ਜਿੰਨਾ ਟਾਈਮ ਮੌਤ ਨਹੀਂ ਹੁੰਦਾ ਉਨਾ ਟਾਈਮ ਵਰਤ ਰੱਖਣਾ। ਇਹਨਾਂ ਨੇ ਆਪਣੇ ਭੁੱਖੇ ਪਿਆਸੇ ਰਹਿ ਕੇ ਆਪਦੇ ਜੀਵਨ ਦਾ ਜਿਹੜਾ ਤਿਆਗ ਕਰ ਦਿੱਤਾ। ਇਹ ਸੀਗੇ ਜੀ ਇਹਨਾਂ ਬਾਰੇ ਹੁਣ ਜਿਹੜੀ ਆਪਾਂ ਮਹੱਤਵਪੂਰਨ ਜਾਣਕਾਰੀ ਆ ਉਹ ਪ੍ਰਾਪਤ ਕਰਦੇ ਆ। ਇਹਨਾਂ ਦੇ ਸ਼ਾਸਨ ਬਾਰੇ, ਇਹਨਾਂ ਦਾ ਪ੍ਰਸ਼ਾਸਨ ਸੀ ਜਿਹੜਾ ਉਹ ਕਿਹੋ ਜਿਹਾ ਸੀ। ਇਹਨਾਂ ਨੇ ਜੋ ਰਾਜ ਕੀਤਾ ਜੀ 24 ਸਾਲ ਕੀਤਾ। ਪਹਿਲਾ ਰਾਸ਼ਟਰੀ ਸਮਰਾਟ ਸੀਗਾ ਇਹ। ਸੈਨਾ ਦਾ ਸਰਵਉੱਚ ਸੈਨਾਪਤੀ ਵੀ ਇਹ ਆਪ ਸੀ। 24 ਹਾਥੀਆਂ ਦੀ ਸਲਾਮੀ ਲੈਂਦਾ ਸੀ। ਜੇ ਕੋਈ ਵਿਸ਼ੇਸ਼ ਮੌਕੇ 'ਤੇ ਜਾਂ ਆਪਾਂ ਕਹੀਏ ਕਿਸੇ ਖੁਸ਼ੀ ਦੇ ਮੌਕੇ 'ਤੇ 24 ਹਾਥੀਆਂ ਦੀ ਇਹਨਾਂ ਨੂੰ ਸਲਾਮੀ ਦਿੱਤੀ ਜਾਂਦੀ ਸੀ। ਮੰਤਰੀ ਪ੍ਰੀਸ਼ਦ ਦੇ ਮੈਂਬਰਾਂ ਦੀ ਜਿਹੜੀ ਤਨਖਾਹ ਸੀ ਉਹ 12,000 ਪਨ ਸੀ ਪ੍ਰਤੀ ਸਾਲ ਦੇ ਹਿਸਾਬ ਨਾਲ, ਅਤੇ ਮੰਤਰੀਆਂ ਨੂੰ 20 ਲੱਖ ਤੋਂ 48,000 ਪਨ ਜਿਹੜੇ ਪ੍ਰਤੀ ਸਾਲ ਤਨਖਾਹ ਦਿੱਤੀ ਜਾਂਦੀ ਸੀ। ਇਸ ਤੋਂ ਬਿਨਾਂ ਜਿਹੜਾ ਪ੍ਰਧਾਨ ਮੰਤਰੀ ਸੀ, ਮੰਤਰੀਆਂ ਦੇ ਬਾਰੇ ਆਪਾਂ ਗੱਲ ਕਰੀਏ ਵੱਖ-ਵੱਖ ਅਹੁਦਿਆਂ 'ਤੇ ਕਿਹੜੇ ਅਧਿਕਾਰੀ ਸੀ, ਤਾਂ ਜਿਹੜਾ ਪ੍ਰਧਾਨ ਮੰਤਰੀ ਸੀ ਇਹਨਾਂ ਦਾ ਕੁਟਲਿਆ ਸੀ, ਜੋ ਇਹਨਾਂ ਦਾ ਮੁੱਖ ਸਲਾਹਕਾਰ ਸੀਗਾ, ਅਤੇ ਹਰ ਇੱਕ ਰਾਜਨੀਤਿਕ ਕੰਮ ਦੇ ਵਿੱਚ ਇਹਨਾਂ ਨੂੰ ਸਲਾਹ ਦਿੰਦਾ ਸੀਗਾ। ਅਤੇ ਸੈਨਾਪਤੀ ਹੁੰਦੇ ਸੀ ਜਿਹੜਾ ਸੈਨਾ ਦੇ ਬਾਰੇ ਜਿਹੜਾ ਪ੍ਰਬੰਧ ਕਰਨਾ, ਕੋਈ ਵੀ ਪ੍ਰਬੰਧ ਹੁੰਦਾ ਸੀ ਕਿਸੇ ਕਿਸਮ ਦਾ ਵੀ, ਉਹ ਕਿਹਦੀ ਸਲਾਹ ਨਾਲ ਕੰਮ ਕਰਦੇ ਸੀ, ਇਹ ਕੁਟਲਿਆ ਚਾਣਕਿਆ ਦੀ ਜਿਹੜੀ ਆਪਾਂ ਕਹਿ ਲਈਏ ਸਲਾਹ ਨਾਲ ਕੰਮ ਕਰਦੇ ਸੀ। ਇਹਨਾਂ ਦਾ ਬਹੁਤ ਹੀ ਮਹੱਤਵਪੂਰਨ ਜਿਹੜਾ ਰੋਲ ਹੈ ਇਹਨਾਂ ਦੀ ਲਾਈਫ ਦੇ ਵਿੱਚ। ਅਤੇ ਪ੍ਰੋਹਿਤ ਹੁੰਦੇ ਸੀ ਜਿਹੜੇ ਉਹ ਧਾਰਮਿਕ ਕੰਮਾਂ ਦੇ ਮੰਤਰੀ ਸੀ। ਜਿਵੇਂ ਇਹਨਾਂ ਦੇ ਨਾਮ ਤੋਂ ਹੀ ਪਤਾ ਚੱਲ ਜਾਂਦਾ ਵੀ ਇਹ ਪ੍ਰੋਹਿਤ ਆ ਜਿਹੜੇ ਓਬੀਅਸ ਉਹ ਧਰਮ ਨਾਲ ਸੰਬੰਧਿਤ ਕੰਮ ਕਰਨਗੇ। ਸੈਨਾਪਤੀ ਸੈਨਾ ਦਾ ਮੁਖੀਆ ਹੁੰਦਾ ਸੀ। ਸਮਾਹਰਤਾ ਹੁੰਦਾ ਸੀ ਵਿੱਤੀ ਮਾਮਲਿਆਂ ਦਾ, ਜਿਹੜੇ ਵਿੱਤ ਦੇ ਪੈਸੇ ਨਾਲ ਸੰਬੰਧਿਤ ਮਾਮਲੇ ਸੀ ਆਰਥਿਕ, ਉਹਨਾਂ ਦਾ ਮੰਤਰੀ, ਅਤੇ ਕਰ ਇਕੱਠਾ ਕਰਨ ਅਤੇ ਆਮਦਨ ਦਾ ਹਿਸਾਬ ਰੱਖਦਾ ਸੀ ਸਮਾਹਰਤਾ। ਸ਼ਨੀਪਤ ਦਾਤਾ ਸੀਗਾ ਜਿਹੜਾ ਉਹ ਸੀ ਜੀ ਖਜ਼ਾਨਾ ਮੰਤਰੀ। ਸ਼ਾਹੀ ਗੋਦਾਮਾਂ, ਸ਼ਸਤਰ ਜਿਹੜੇ ਸੀਗੇ ਇਹਨਾਂ ਦੇ ਹਥਿਆਰ, ਘਰਾਂ, ਜੇਲ੍ਹਾਂ ਦੀ ਦੇਖਭਾਲ ਕਰਦਾ ਸੀ। ਜੇ ਹੁਣ ਆਪਾਂ ਅੱਗੇ ਮੰਤਰੀਆਂ ਦੀ ਗੱਲ ਕਰੀਏ ਜੀ, ਨੈਕਸਟ ਹੈ ਦਵਾਰਕ। ਜਿਹੜਾ ਦਵਾਰਕ ਸੀ ਉਹ ਰਾਜ ਮਹਿਲ ਦੇ ਕੰਮਾਂ ਦਾ ਮੰਤਰੀ ਸੀ, ਜਿਹੜੇ ਰਾਜ ਮਹਿਲ ਨਾਲ ਸੰਬੰਧਿਤ ਕੰਮ ਹੁੰਦੇ ਸੀ ਉਹ ਕਰਦਾ ਸੀ। ਕਾਰਮੰਤਕ ਸੀ ਜਿਹੜਾ ਕਾਰਖਾਨਿਆਂ, ਖਾਨਾਂ ਦਾ ਮੰਤਰੀ ਸੀ। ਅੰਤਪਾਲ ਸੀ ਜਿਹੜਾ ਉਹ ਸੀਮਾਂਤ ਪ੍ਰਦੇਸ਼ਾਂ ਵਿੱਚ ਬਣੇ ਕਿਲਿਆਂ, ਜਿਹੜੇ ਸੀਮਾਂਤ ਪ੍ਰਦੇਸ਼ ਸੀਗੇ ਉਹਨਾਂ ਵਿੱਚ ਬਣੇ ਕਿਲਿਆਂ ਦੀ ਰਾਖੀ ਕਰਦਾ ਸੀ। ਦੁਰਗਪਾਲ ਸਾਮਰਾਜ ਦੇ ਜਿਹੜੇ ਅੰਦਰਲੇ ਕਿਲੇ ਸੀ ਉਹਨਾਂ ਦੀ ਰਾਖਿਆ ਕਰਦਾ ਸੀ। ਅਤੇ ਦੰਡਪਾਲ ਪੁਲਿਸ ਦਾ ਸਭ ਤੋਂ ਵੱਡਾ ਅਧਿਕਾਰੀ ਹੁੰਦਾ ਸੀ, ਸਜ਼ਾ ਦੇਣ ਵਿੱਚ ਜਿਹੜਾ ਆਪਾਂ ਕਹੀਏ ਇਹਨਾਂ ਦੀ ਮਦਦ ਕਰਦਾ ਸੀ। ਵਿਭਾਗਾਂ ਦੇ ਮੁਖੀ ਨੂੰ ਅਮਾਤਿਆ ਮਹਾਮਾਤਰ ਅਧਿਅਕਸ਼ ਕਿਹਾ ਜਾਂਦਾ ਸੀ, ਜਿਹੜੇ ਵੱਖ-ਵੱਖ ਵਿਭਾਗਾਂ ਦੇ ਮੁਖੀ ਹੁੰਦੇ ਸੀ। ਅਰਥ ਸ਼ਾਸਤਰ ਦੇ ਵਿੱਚ 26 ਪ੍ਰਕਾਰ ਦੇ ਅਧਿਅਕਸ਼ ਦੱਸੇ ਗਏ ਆ। ਅਸ਼ੋਕ ਦੇ ਸਮੇਂ ਜਦੋਂ ਅਸ਼ੋਕ ਆ ਗਿਆ ਐਂਡ 'ਤੇ, ਤਾਂ ਉਹਨਾਂ ਦੇ ਸਮੇਂ ਰਾਜੁਕ, ਪ੍ਰਦੇਸ਼ਕ ਅਤੇ ਯੁਕਤ ਨਵੇਂ ਅਧਿਕਾਰੀ ਸ਼ਾਮਲ ਕਰ ਦਿੱਤੇ ਗਏ। ਬਾਕੀ ਮੌਰੀਆ ਸਾਮਰਾਜ ਵਿੱਚ ਸੇਮ ਹੀ ਚੱਲੇ ਸੀਗੇ, ਇਹੀ ਅਧਿਕਾਰੀ ਸੀ। ਕਈ ਵਾਰ ਕੁਐਸਚਨ ਆ ਜਾਂਦਾ ਜੀ ਜਿਹੜਾ ਮੌਰੀਆ ਸਾਮਰਾਜ ਆ ਉਹਨੂੰ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਗਿਆ। ਜਿਹੜਾ ਮੌਰੀਆ ਸਾਮਰਾਜ ਆ ਉਹਨੂੰ 3 ਭਾਗਾਂ ਦੇ ਵਿੱਚ ਵੰਡਿਆ ਗਿਆ ਸੀਗਾ, ਉੱਤਰ ਪੱਛਮੀ ਪ੍ਰਾਂਤ, ਪੱਛਮੀ ਪ੍ਰਾਂਤ ਅਤੇ ਦੱਖਣੀ ਪ੍ਰਾਂਤ। ਜਿਹੜੇ ਉੱਤਰ ਪੱਛਮੀ ਪ੍ਰਾਂਤ ਸੀ ਉਹਨਾਂ ਵਿੱਚ ਅਫਗਾਨਿਸਤਾਨ, ਬਲੋਚਿਸਤਾਨ, ਪੰਜਾਬ ਅਤੇ ਸਿੰਧ ਆ ਜਾਂਦੇ ਸੀਗੇ। ਕਿਉਂਕਿ ਆਪਾਂ ਨੂੰ ਪਤਾ ਹੀ ਹੈ, ਜਿਵੇਂ ਆਪਾਂ ਹੁਣ ਮੈਪ ਬਣਾ ਲਿਆ ਅਤੇ ਇਹਦੇ ਉੱਪਰਲਾ ਭਾਗ ਆਪਾਂ ਲਓ ਆਹ ਕੀ ਹੋਊਗਾ ਉੱਤਰ, ਆਹ ਹੋਊ ਪੱਛਮ, ਠੀਕ ਹੈ, ਉੱਤਰ ਅਤੇ ਦੱਖਣ, ਪੂਰਬ ਅਤੇ ਪੱਛਮ।
ਤਾਂ ਓਬਵੀਅਸ ਹੈ ਜਿਹੜੇ ਉੱਤਰ ਪੂਰਬੀ ਪੱਛਮੀ ਭਾਗ ਸੀਗੇ ਜਿਹੜੇ ਉੱਤਰ ਪੱਛਮ ਦੇ ਵਿੱਚ ਇੱਥੇ ਆ ਜਾਣਾ। ਅਤੇ ਇਹਦੇ ਵਿੱਚ ਬਲੋਚਿਸਤਾਨ, ਅਫਗਾਨਿਸਤਾਨ ਅਤੇ ਸਿੰਧ ਆ ਗਏ। ਅਤੇ ਪੱਛਮੀ ਪ੍ਰਾਂਤ ਸੀਗੇ ਜਿਹੜੇ ਉਹਦੇ ਵਿੱਚ ਮਾਲਵਾ, ਆਪਾਂ ਕਹਿ ਲਈਏ ਗੁਜਰਾਤ, ਇੱਧਰਲੀ ਸਾਈਡ ਹੋ ਜਾਣੇ, ਜਿਹੜੇ ਇਸ ਸਾਈਡ ਹੋ ਜਾਣਗੇ ਮੈਪ ਦੇ। ਤਾਂ ਉਹਦੇ ਵਿੱਚ ਮਾਲਵਾ, ਗੁਜਰਾਤ, ਕਾਠੀਆਵਾੜ ਆ ਜਾਣਾ ਅਤੇ ਉਹਨਾਂ ਦੀ ਰਾਜਧਾਨੀ ਉਜੈਨ ਸੀ। ਦੱਖਣੀ ਪ੍ਰਾਂਤ ਸੀ ਜਿਵੇਂ ਵਿਦਿਆਂਚਲ ਪਰਬਤ ਤੋਂ ਲੈ ਕੇ ਮੈਸੂਰ ਤੱਕ, ਉਹਨਾਂ ਦੀ ਰਾਜਧਾਨੀ ਸਵਰਨਗਿਰੀ ਆ ਜਾਣੀ ਹੈ ਜੀ। ਅਤੇ ਦੂਸਰੀ ਇਸ ਤੋਂ ਬਿਨਾਂ ਜਿਹੜਾ ਇੰਪੋਰਟੈਂਟ ਕੁਐਸਚਨ ਬਣ ਜਾਂਦਾ ਜੀ, ਉਹ ਬਣ ਜਾਂਦਾ ਹੈ ਦੂਸਰੀ ਸ਼ਹਿਰੀ ਸੱਭਿਅਤਾ ਕਿਹੜੀ ਸੀ? ਉਹ ਸੀ ਜੀ ਮੌਰੀਆ ਸਾਮਰਾਜ। ਅਤੇ ਪਹਿਲੀ ਹੜੱਪਾ ਸੱਭਿਅਤਾ ਸੀ, ਜਿਹੜੀ ਪਹਿਲੀ ਸ਼ਹਿਰੀ ਸੱਭਿਅਤਾ ਸੀ ਉਹ ਸੀਗੀ ਹੜੱਪਾ। ਹਾਂਜੀ, ਜੋ ਅੱਜ ਦੀ ਕਲਾਸ ਆ ਇੱਥੇ ਹੀ ਸਮਾਪਤ ਹੁੰਦੀ ਆ। ਆਪਾਂ ਪਹਿਲਾਂ ਚਾਨਣਾ ਪਾ ਲੈਂਦੇ ਹਾਂ ਵੀ ਅੱਜ ਆਪਾਂ ਕੀ ਪੜ੍ਹਿਆ। ਅੱਜ ਆਪਾਂ ਚੰਦਰਗੁਪਤ ਮੌਰੀਆ, ਉਹਨਾਂ ਦੇ ਜੀਵਨ, ਉਹਨਾਂ ਦੀਆਂ ਜਿੱਤਾਂ ਦੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਤੋਂ ਬਿਨਾਂ ਮਹਾਨ ਵਿਦਵਾਨ ਚਾਣਕਿਆ ਦੇ ਬਾਰੇ ਜਿਹੜੀ ਆਪਾਂ ਗੱਲਬਾਤ ਕੀਤੀ ਇਸ ਲੈਕਚਰ ਦੇ ਵਿੱਚ। ਅਤੇ ਯੂਨਾਨੀ ਸ਼ਾਸਕ ਸਿਕੰਦਰ ਦੇ ਬਾਰੇ ਗੱਲਬਾਤ ਕੀਤੀ, ਜਿਨ੍ਹਾਂ ਨੂੰ ਅਲੈਗਜ਼ੈਂਡਰ ਦੇ ਨਾਮ ਨਾਲ ਜਾਣਿਆ ਜਾਂਦਾ, ਅਤੇ ਜੋ ਕਿ ਦੁਨੀਆ ਜਿੱਤਣ ਦਾ ਹੀਆ ਰੱਖਦੇ ਸੀ, ਜਿਨ੍ਹਾਂ ਨੂੰ ਇਹ ਸੀ ਕਿ ਮੈਂ ਦੁਨੀਆ ਨੂੰ ਜਿੱਤ ਲੈਣਾ। ਅਤੇ ਜੇ ਆਪਾਂ ਗੱਲ ਕਰੀਏ ਅੱਜ ਇੱਕ ਸਲੂਕਸ ਦੇ ਬਾਰੇ, ਜੋ ਕਿ ਸਿਕੰਦਰ ਦਾ ਰਾਜਦੂਤ ਸੀਗਾ ਅਤੇ ਕਿੱਥੇ ਆਇਆ ਸੀਗਾ, ਕਿਸ ਨਾਲ ਜਿੱਤ ਪ੍ਰਾਪਤ ਕਰੀ ਸੀਗੀ ਚੰਦਰਗੁਪਤ ਮੌਰੀਆ ਨੇ, ਇਹਦੇ ਜਿੱਤ ਪ੍ਰਾਪਤ ਕੀਤੀ ਸੀ ਅਤੇ ਇਹਨੂੰ ਹਰਾ ਦਿੱਤਾ ਸੀ। ਅਤੇ ਇਹਨਾਂ ਨੇ ਆਪਣੀ ਜਿਹੜੀ ਬੇਟੀ ਸੀ ਉਹਦਾ ਵਿਆਹ ਚੰਦਰਗੁਪਤ ਮੌਰੀਆ ਦੇ ਨਾਲ ਕਰ ਦਿੱਤਾ ਸੀ। ਸੋ ਇਹ ਸੀ ਜੀ ਅੱਜ ਦਾ ਆਪਣਾ ਲੈਕਚਰ। ਆਸ ਹੈ ਕਿ ਤੁਹਾਨੂੰ ਅੱਜ ਦੀ ਜਿਹੜੀ ਕਲਾਸ ਆ ਉਹ ਪਸੰਦ ਆਈ ਹੋਵੇਗੀ ਅਤੇ ਤੁਹਾਡੇ ਆਲਮੋਸਟ PS ਟੈਟ, ਸੀ ਟੈਟ, ਮਾਸਟਰ ਕੇਡਰ ਨਾਲ ਦੇ ਸਾਰੇ ਸੰਬੰਧਿਤ ਆ ਜਿਹੜੇ ਕੁਐਸਚਨ ਹੈ ਉਹ ਸੋਲਵ ਹੋ ਚੁੱਕੇ ਹੋਣਗੇ। ਤਾਂ ਕਲਾਸ ਨੂੰ ਸ਼ੇਅਰ, ਲਾਈਕ, ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ। ਤਿਆਰੀ ਕਰਦੇ ਰਹੋ ਜੀ। ਤਦ ਤੱਕ ਲਈ ਧੰਨਵਾਦ।